सिख दे केस स्कूटर के पिछे उत्थे बन्ने हुए ते ओदी जिहड़ी पिछली चमड़ी सी पिठ वाली वो सारी उखड़ी पई। लहू लुहान मुरदा पिया इदां घड़ीसदा होया, कपड़े ओदे छिल्ले हुए, अध नगन ओदा शरीर, ते ओनू घड़ीस के लैके जा रहे ने ते ओ ढोल वजा रहे ने। औरत दी पति दे सामने उन्हां दी छातियां वड़ देणियां, उस औरत नूं, सिख बच्ची नूं, भैन नूं, बीबी नूं पिता दे सामने निवस्त्र कर देना ते ओहदे नाल रेप करने, ओहदी इज्जत नूं। कैसी मानसिकता लोकां दी। जो उत्थे दा दृश्य, जो उत्थे हिंदुस्तान साडा घर, साडे घर दे विच ही सानू गलां विच टायर पा पा के जिउंदे साड़ दिता। एक परिवार दे जिहड़े कि साडे कोल थाणे दे विच हैगा सी, ओहदा इन्ना मोढा उड्डिया पिया। मेस्टन रोड उस वीर दी दुकान सी, वो कह रहा सी मेरी अखां दे सामने मेरे 13 बंदे जिउंदे साड़ते। 400 बंदा ते उन्हां दे हत्थ दे विच तरसूल, पेट्रोल नुमा बंब, ते ओह उत्थों नारे लांदे हुए आ रहे ने। नारे की ला रहे सीगे ओह? किसी सिख को नहीं छोड़ना, इनको काट दो, इनको मार दो, इनकी औरतों की इज्जतें लूट लो। मेरी पीछे गुत करके लेडीज में सूट पाया, दुपट्टा लिया, तो उन्होंने वेख लिया कि लड़का आएगा लड़की नहीं है, तो मेरे को ला करके मैनू इदा गुत्तां तो फड़ के 3-4 चंडा मेरे सिटियां, ते मासड़ जी नूं थल्ले सट लिया, लत्तां घसुन के इसको लड़की बना के लेके जा रहे हो। अखां च हंझू, 14 साल की उम्र, मौत का मंजर सामने। 2-3 बंदे भजदे आए, वो कहते पीछे सरदार जी के घर जवान लड़कियां भी हैं और बहुत सामान है, जाके लूट लो। ਉਹਦੇ ਕਹਿਣ ਦੀ ਦੇਰ ਸੀ ਤੇ ਉਹ ਚਾਕੂ ਵੀ ਸਿੱਟਿਆ ਉਹਨੇ, ਮੈਨੂੰ ਵੀ ਧਰਤੀ ਸਿੱਟਿਆ। ਉਹਨਾਂ ਨੇ ਵੋਟਰ ਲਿਸਟਾਂ ਕੱਢੀਆਂ, ਸਿੱਖਾਂ ਨੂੰ ਘਰੋਂ ਚੁਣ ਕੇ। 100 ਘਰਾਂ ਦੇ ਵਿੱਚ ਜੇਕਰ 2 ਸਿੱਖਾਂ ਦੇ ਘਰ ਨੇ ਤੇ ਉਹ 2 ਘਰਾਂ ਦੇ ਵਿੱਚ ਹੀ ਪਹੁੰਚੇ, 98 ਘਰਾਂ ਦੇ ਵਿੱਚ ਬੂਆ ਨਹੀਂ ਖੜਕਾਇਆ। ਕੋਈ ਪਾਕਿਸਤਾਨ ਨਹੀਂ ਸੀ, ਕੋਈ ਅਫਗਾਨਿਸਤਾਨ ਨਹੀਂ ਸੀ, ਕੋਈ ਦੂਜੀ ਕੰਟਰੀ ਨਹੀਂ ਸੀ। ਉਹ ਹਿੰਦੁਸਤਾਨ ਜਿਹਦੇ ਵਾਸਤੇ ਇਸ ਕੌਮ ਨੇ 95% ਤੋਂ ਉੱਪਰ ਕੁਰਬਾਨੀਆਂ ਦਿੱਤੀਆਂ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ। ਨਵੰਬਰ 1984 ਉਹ ਸਾਲ ਜਿਸ ਨੂੰ ਯਾਦ ਕਰਦਿਆਂ ਹੀ ਰੌਂਗਟੇ ਖੜੇ ਹੋ ਜਾਂਦੇ ਨੇ ਤੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ, ਕਿਉਂਕਿ ਇਸ ਸਾਲ ਦੇ ਵਿੱਚ ਸਿੱਖ ਕੌਮ ਦੇ ਨਾਲ ਜੋ ਕੁਝ ਦਿੱਲੀ ਦੇ ਵਿੱਚ ਹੋਇਆ, ਜੋ ਕੁਝ ਯੂਪੀ ਦੇ ਵਿੱਚ ਹੋਇਆ, ਉਹ ਸਭ ਨੂੰ ਪਤਾ ਹੀ ਹੈ। ਬਿਆਨ ਜੋ ਦਿੱਤੇ ਸੀ ਉਹ ਸਾਡੇ ਦੇਸ਼ ਦੇ ਲੀਡਰਾਂ ਵੱਲੋਂ, ਜਿਨ੍ਹਾਂ ਨੇ ਕਿਹਾ ਸੀ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਇੰਦਰਾ ਗਾਂਧੀ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਜੋ ਕੁਝ ਹੁੰਦਾ, ਜਿਨ੍ਹਾਂ ਨੇ ਹੰਢਾਇਆ ਸਾਡੇ ਨਾਲ ਨੇ, ਇਹ ਯੂਪੀ ਤੋਂ ਆਏ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਜਿੱਦਾਂ ਮੈਂ ਗੱਲ ਕੀਤੀ ਆ 1984 ਨੂੰ ਯਾਦ ਕਰਦੇ ਹੀ ਰੌਂਗਟੇ ਖੜੇ ਹੋ ਜਾਂਦੇ ਨੇ। ਤੁਸੀਂ ਉਹ ਆਪਣੇ ਪਿੰਡੇ ਤੇ ਹੰਢਾਇਆ, ਕਾਨਪੁਰ ਦੇ ਵਿੱਚ ਕੀ ਹੋਇਆ ਸੀ 1 ਨਵੰਬਰ ਨੂੰ ਜਾਂ 31 ਨਵੰਬਰ ਤੋਂ ਪਹਿਲਾਂ ਦਾ, 31 ਅਕਤੂਬਰ ਤੋਂ ਪਹਿਲਾਂ ਦਾ ਜੋ ਉੱਥੋਂ ਦਾ ਮਾਹੌਲ ਸੀਗਾ ਉਹ ਕੀ ਸੀ? 31 ਅਕਤੂਬਰ ਤੋਂ ਪਹਿਲਾਂ ਬਹੁਤ ਹੀ ਅੱਛਾ ਮਾਹੌਲ ਸੀ। ਸਾਰੇ ਆਪਣੇ ਭਾਈਚਾਰਕ ਸਾਂਝ ਸੀ, ਭਾਵੇਂ ਹਿੰਦੂ ਵੀਰ ਹੈ, ਭਾਵੇਂ ਮੁਸਲਿਮ ਹੈ, ਕੋਈ ਵੀ ਕਿਸੇ ਜਾਤ ਮਜ਼ਹਬ ਫਿਰਕੇ ਦਾ ਸੀ। ਬਹੁਤ ਅਸੀਂ ਇੱਕ ਪਰਿਵਾਰ ਵਾਂਗ ਰਹਿ ਰਹੇ ਸੀ। ਦਾਸ ਦੀ ਉਮਰ ਉਸ ਟਾਈਮ 14 ਕੁ ਸਾਲ ਦੀ ਸੀ, 8ਵੀਂ ਕਲਾਸ ਵਿੱਚ ਮੈਂ ਪੜ੍ਹ ਰਿਹਾ ਸੀ। ਅਤੇ ਜੋ ਕੁਛ ਉਹ 1984 31 ਅਕਤੂਬਰ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਇਆ, ਮਤਲਬ ਇਸ ਮੁੱਖ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਛੋਟੀ ਉਮਰ ਦੇ ਵਿੱਚ ਜੋ ਵੀ ਦੇਖਿਆ, ਮਤਲਬ ਉਹ ਅੱਖਾਂ ਮੁੱਖ ਦੱਸ ਹੀ ਨਹੀਂ ਸਕਦਾ ਜੀ, ਕਿ ਸਾਡੇ ਆਪਣਿਆਂ ਨੇ, ਜਿਨ੍ਹਾਂ ਨੂੰ ਅਸੀਂ ਆਪਣਾ ਸਮਝਦੇ ਸੀ, ਆਪਣੇ ਹੀ ਸੀ। ਸਾਡੇ ਹਿੰਦੁਸਤਾਨ ਸਾਡਾ ਘਰ, ਸਾਡੇ ਘਰ ਦੇ ਵਿੱਚ ਹੀ ਸਾਨੂੰ ਗਲਾਂ ਵਿੱਚ ਟਾਇਰ ਪਾ ਪਾ ਕੇ ਜਿਉਂਦੇ ਸਾੜ ਦਿੱਤਾ। ਸੁਣ ਕੇ ਹਿਰਦਾ ਕੰਬ ਜਾਂਦਾ ਹੈ ਕਿ ਇੱਕ ਜਿਉਂਦੇ ਬੰਦੇ ਦੇ ਗਲ ਵਿੱਚ ਟਾਇਰ ਪਾ ਕੇ ਸਾੜ ਦੇਣਾ
ਤੇ ਭੰਗੜੇ ਪਾ ਕੇ ਆਪਾਂ ਅੱਗੇ ਨਾਚ ਕਰ ਰਹੇ ਹਾਂ, ਡਾਂਸ ਕਰ ਰਹੇ ਹਾਂ। ਸਾਡੇ ਆਪਣੇ ਹੀ ਕੋਈ ਪਾਕਿਸਤਾਨ ਨਹੀਂ ਸੀ, ਕੋਈ ਅਫਗਾਨਿਸਤਾਨ ਨਹੀਂ ਸੀ, ਕੋਈ ਦੂਜੀ ਕੰਟਰੀ ਨਹੀਂ ਸੀ। ਉਹ ਹਿੰਦੁਸਤਾਨ ਜਿਹਦੇ ਵਾਸਤੇ ਇਸ ਕੌਮ ਨੇ 95% ਤੋਂ ਉੱਪਰ ਕੁਰਬਾਨੀਆਂ ਦਿੱਤੀਆਂ, ਜਿਹਦੇ ਵਾਸਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਹਾਦਤ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 4 ਸਾਹਿਬਜ਼ਾਦੇ ਵਾਰ ਦਿੱਤੇ। ਜਿਸ ਹਿੰਦੁਸਤਾਨ ਨੂੰ ਬਚਾਉਣ ਲਈ, ਹਿੰਦੁਸਤਾਨ ਵਾਸਤੇ ਸਤਿਗੁਰੂ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਰਹੇ। ਮਾਤ ਗੁਜਰ ਕੌਰ ਜੀ ਨੇ ਠੰਡੇ ਬੁਰਜ ਦੇ ਵਿੱਚ ਕੁਰਬਾਨੀਆਂ ਦਿੱਤੀਆਂ। ਉਸ ਹਿੰਦੁਸਤਾਨ ਦੇ ਵਿੱਚ ਰਹਿ ਕੇ ਸਾਨੂੰ, ਮੈਂ ਕਿਸੇ ਮਜ਼ਹਬ ਫਿਰਕੇ ਦੀ ਗੱਲ ਨਹੀਂ ਕਰ ਰਿਹਾ, ਉਹ ਦੰਗਾਕਾਰੀ ਸੀ। ਉਹ ਕਿਹੜੇ ਮਜ਼ਹਬ ਦੇ ਸੀ? ਦੰਗਾਕਾਰੀ ਦਾ ਕੋਈ ਮਜ਼ਹਬ ਨਹੀਂ ਹੁੰਦਾ। ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਪਰ ਆਪਣੇ ਪਿੰਡੇ ਹੰਢਾਇਆ ਹੋਇਆ ਹੈ। ਪਰ ਉਹ ਸਮਾਂ ਕਦੇ ਵੀ ਦੁਬਾਰਾ ਕਿਸੇ ਤੇ ਵੀ ਨਾ ਆਵੇ, ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ। ਪਰ ਉਹ ਜਦੋਂ 1984, 31 ਅਕਤੂਬਰ, 1 ਨਵੰਬਰ, 2 ਨਵੰਬਰ ਦਾ ਜਿਹੜਾ ਸਮਾਂ ਹੁੰਦਾ ਹੈਗਾ, ਹਿਰਦਾ ਕੰਬ ਜਾਂਦਾ ਹੈ। ਮਤਲਬ ਆਪਣੇ ਆਪ ਨੂੰ ਰੋਕਣਾ ਬੜਾ ਔਖਾ ਹੋ ਜਾਂਦਾ ਹੈ। ਉਹ ਸਾਰਾ ਸੀਨ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਕਿ ਜੋ ਉੱਥੇ ਕਾਨਪੁਰ ਦੇ ਵਿੱਚ ਅਸੀਂ ਹੰਢਾਇਆ। ਦਿੱਲੀ ਰਾਜਧਾਨੀ ਵਿੱਚ ਵੀ ਬਹੁਤ ਜ਼ੁਲਮ ਹੋਏ, ਪਰ ਕਾਨਪੁਰ ਦੇ ਵਿੱਚ ਜੋ ਹੋਇਆ ਜੀ, ਉਹ ਸਾਡੇ ਚੈਨਲਾਂ ਦੇ ਵਿੱਚ, ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ ਘੱਟ ਆਇਆ ਹੈ, ਕਿਉਂਕਿ ਦਿੱਲੀ ਰਾਜਧਾਨੀ ਸੀ। ਪਰ ਜਿੰਨਾ ਦਿੱਲੀ ਹੋਇਆ ਹੈ, ਉਸ ਤੋਂ ਦੂਜੇ ਨੰਬਰ ਤੇ ਵਿੱਚ ਉੱਦਾਂ ਹੀ ਸਿੱਖਾਂ ਦੇ ਉੱਪਰ ਜ਼ੁਲਮ ਕਾਨਪੁਰ ਵੀ ਹੋਏ ਨੇ। ਬਾਬਾ ਜੀ, ਜਿਵੇਂ ਆਪਾਂ ਗੱਲ ਕਰੀਏ 31 ਅਕਤੂਬਰ, ਅੱਜ ਦੇ ਦਿਨ ਇੰਦਰਾ ਗਾਂਧੀ ਦਾ ਜੋ ਕਤਲ ਹੋ ਜਾਂਦਾ, ਉਸ ਤੋਂ ਬਾਅਦ ਇਹੋ ਦਿਨ 31 ਅਕਤੂਬਰ ਉਦੋਂ ਸੀ, ਤਾਂ 31 ਅਕਤੂਬਰ ਨੂੰ ਤੁਹਾਨੂੰ ਸੋਝੀ ਦੇ ਵਿੱਚ ਆ, ਉਸ ਸਮੇਂ ਫਿਰ ਇੰਦਰਾ ਗਾਂਧੀ ਦਾ ਕਤਲ ਹੁੰਦਾ, ਤੁਹਾਨੂੰ ਕਿਵੇਂ ਪਤਾ ਲੱਗਦਾ ਤੇ ਉਸ ਤੋਂ ਬਾਅਦ ਮਾਹੌਲ ਕੀ ਬਣਦਾ ਫਿਰ ਉੱਥੇ? ਸਵੇਰੇ 9:15 ਵਜੇ ਦੇ ਸਮਥਿੰਗ ਇੰਦਰਾ ਗਾਂਧੀ ਨੂੰ ਗੋਲੀਆਂ ਵੱਜਦੀਆਂ ਨੇ, ਤੇ ਇੱਕਦਮ ਦੁਪਹਿਰ 1-2 ਵਜੇ ਤੋਂ ਬਾਅਦ ਥੋੜ੍ਹਾ ਜਿਹਾ ਮਾਹੌਲ ਸੰਨਾਟਾ ਵਰਗਾ ਹੋ ਗਿਆ। ਮੈਂ ਮਾਤਾ ਜੀ ਦੇ ਨਾਲ ਆਪਣੇ ਮਾਸੀ ਜੀ ਵੱਲ ਗਏ ਹੋਏ ਸੀ ਅਸੀਂ, ਤੇ ਪਿਤਾ ਜੀ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਹੈਗਾ, ਉੱਥੇ ਨਿਤਾ ਪ੍ਰਤੀ ਸੇਵਾ ਵਾਸਤੇ ਜਾਂਦੇ ਸੀ, ਤੇ ਉਹ ਉੱਥੇ ਸੇਵਾ ਵਾਸਤੇ ਚਲੇ ਗਏ ਸੀ। ਅਸੀਂ ਮਾਸੀ ਜੀ ਦੇ ਘਰ ਹੀ ਸੀ, ਤੇ ਸ਼ਾਮ ਨੂੰ ਤਕਰੀਬਨ 4-4:30 ਵਜੇ ਸਾਡੇ ਮਾਸੀ ਜੀ ਜਿੱਥੇ ਰਹਿੰਦੇ ਸੀ, ਜਿੱਥੇ ਅਸੀਂ ਰੁਕੇ ਹੋਏ ਸੀ, ਸਾਹਮਣੇ ਹੀ ਸਿੱਖ ਦਾ, ਉੱਥੇ ਟਾਵੇਂ ਸਿੱਖ ਹੈਗੇ ਸੀ। ਸਾਕੇਤ ਨਗਰ ਦੇ ਵਿੱਚ ਨਵੀਂ ਵਸੋ ਹੋਈ ਸੀ ਉਸ ਇਲਾਕੇ ਦੀ, ਤੇ ਉੱਥੇ ਟਾਵੇਂ ਸਿੱਖ ਰਹਿੰਦੇ ਸੀ। ਵੈਸੇ ਵੀ ਕਾਨਪੁਰ ਸਿੱਖ ਬਹੁਤ ਘੱਟ ਨੇ, ਸਿਰਫ 2% ਹੀ ਹੈਗੇ। ਪੂਰੇ ਕਾਨਪੁਰ ਦੇ ਵਿੱਚ ਤਕਰੀਬਨ 2 ਕੁ ਲੱਖ ਸਿੱਖ ਹੈਗਾ, ਤੇ ਟਾਵੇਂ ਤੁਹਾਨੂੰ ਕਈ ਕਿਲੋਮੀਟਰ ਬਾਅਦ ਕੋਈ ਸਿੱਖ ਦਿਖੂਗਾ। ਤੇ ਉਹ ਸਾਹਮਣੇ ਹੀ ਇੱਕ ਸਿੱਖ ਦਾ ਟਿੰਬਰ ਮਾਰਚੈਂਟ ਸੀ, ਤੇ ਉਹਨੂੰ ਅੱਗ ਲੱਗ ਗਈ। ਜਦੋਂ ਅੱਗ ਲਾਈ ਗਈ ਤੇ ਸਾਡੇ ਮਾਸੜ ਜੀ ਮਾਸੀ ਜੀ ਜਿਹੜੇ ਘਰ ਹੈਗੇ ਸੀ, ਉਹਨਾਂ ਨੇ ਦੱਸਿਆ ਕਿ ਤੁਸੀਂ ਸਾਰੇ ਕਮਰਿਆਂ ਦੇ ਵਿੱਚ, ਤੇ ਸਾਨੂੰ ਲੱਗ ਰਿਹਾ ਸ਼ਾਇਦ ਸੁਣਿਆ ਹੈ ਕਿ 2 ਸਿੱਖਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਹੈ, ਸ਼ਾਇਦ ਮਤਲਬ ਕੋਈ ਗਲਤ ਅਨਸਰ ਸਿੱਖਾਂ ਦਾ ਨੁਕਸਾਨ ਨਾ ਕਰਨ। ਪਰ ਸਾਨੂੰ ਇੰਨਾ ਨਹੀਂ ਪਤਾ ਸੀ ਕਿ ਇੰਨਾ ਜ਼ਿਆਦਾ। ਤੇ ਰਾਤ 9-9:30 ਵਜੇ ਸਾਡੇ ਜਿੱਥੇ ਅਸੀਂ ਰਹਿੰਦੇ ਸੀ, ਉੱਥੇ ਬੈਕ ਸਾਈਡ ਦੇ ਵਿੱਚ ਇੱਕ ਸਿੱਖ ਪਰਿਵਾਰ ਦਾ ਘਰ ਸੀ, ਜਿਨ੍ਹਾਂ ਦੇ ਆਪਣੇ ਬਰਫ਼ ਦੇ ਕਾਰਖਾਨੇ ਸੀ, ਤੇ ਉੱਥੇ ਉਹਨਾਂ ਨੇ ਹਮਲਾ ਕੀਤਾ। ਤੇ ਉੱਥੋਂ ਚੀਕਾਂ ਦੀਆਂ ਆਵਾਜ਼ਾਂ ਜੀ ਆਉਣ ਲੱਗ ਪਈਆਂ, ਖਾਸ ਜ਼ਿਆਦਾਤਰ ਬੀਬੀਆਂ ਦੀਆਂ। ਤੇ ਸਾਡੇ ਮਾਸੜ ਜੀ ਨੇ ਫਿਰ ਸਾਡੇ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਈਸਾਈ ਪਰਿਵਾਰ ਦਾ ਘਰ ਸੀ, ਤੇ ਮੈਨੂੰ ਤੇ ਮਾਸੜ ਜੀ ਆਪਣੇ ਬੱਚਿਆਂ ਨੂੰ, ਆਪਣੀ ਬੇਟੀਆਂ ਨੂੰ, ਮੇਰੇ ਭੈਣ ਭਰਾਵਾਂ ਨੂੰ, ਸਾਨੂੰ ਸਾਰਿਆਂ ਨੂੰ 5-6 ਜਿਹੜੇ ਬੱਚੇ ਹੈਗੇ ਸੀ ਤੇ ਲੇਡੀਜ਼, ਉਹਨਾਂ ਸਾਰਿਆਂ ਨੂੰ ਕ੍ਰਿਸਚਨ ਪਰਿਵਾਰ ਦੇ ਘਰ ਛੱਡਿਆ ਹੈ, ਤੇ ਆਪ ਉੱਥੇ ਰੁਕੇ 31 ਅਕਤੂਬਰ ਰਾਤ ਨੂੰ। 31 ਅਕਤੂਬਰ ਰਾਤ ਦਾ ਵਾਕਿਆ ਸੀਗਾ, ਤੁਹਾਡੇ ਬੈਕ ਸਾਈਡ ਤੇ ਘਰ ਸੀ, ਉਹਨੂੰ ਅੱਗ ਲਾ ਦਿੱਤੀ ਗਈ ਰਾਤ 9-9:30 ਵਜੇ, ਤੇ 4 ਕੁ ਵਜੇ ਦੇ ਤਕਰੀਬਨ ਸ਼ੁਰੂ ਹੋ ਚੁੱਕਿਆ ਸੀ 31 ਅਕਤੂਬਰ ਸ਼ਾਮ 4 ਵਜੇ। ਟਾਵਾਂ ਮਤਲਬ ਜਿਹੜੇ ਵੀ ਆ ਰਹੇ ਸੀ ਇਸ ਇਲਾਕੇ ਦੇ ਵਿੱਚ, ਉਹ ਇਹੀ ਦੱਸ ਰਹੇ ਸੀ ਕਿ ਫਲਾਣੇ ਇਲਾਕੇ ਦੇ ਵਿੱਚ ਸਿੱਖਾਂ ਨੂੰ ਕੁੱਟਿਆ ਜਾ ਰਿਹਾ ਹੈ, ਸਿੱਖ ਦੀ ਕਾਰ ਨੂੰ ਅੱਗ ਲਾਤੀ, ਸਿੱਖ ਦੀ ਗੱਡੀ ਭੰਨਤੀ। ਤੇ ਫਿਰ ਵੀ ਸਾਨੂੰ ਇੰਨਾ ਆਭਾਸ ਨਹੀਂ ਸੀ ਕਿ ਮਤਲਬ ਇੰਨਾ ਕੁਛ, ਇੰਨਾ ਜ਼ਿਆਦਾ। ਫਿਰ ਸਾਰੀ ਰਾਤ ਅਸੀਂ ਉੱਥੇ, ਤੇ ਉਹ ਫਿਰ ਉਸੇ ਰਾਤ ਨੂੰ 31 ਅਕਤੂਬਰ ਦੀ ਰਾਤ ਨੂੰ ਹੀ ਮਾਸੀ ਜੀ ਦੇ ਘਰ ਆਏ, ਤੇ ਉਹਨਾਂ ਨੇ ਪਹਿਲਾਂ ਘਰ ਲੁੱਟਿਆ, ਤੇ ਰਾਤ ਨੂੰ ਹੀ ਟਾਈਮ ਜੋ ਵੀ ਹੋਇਆ ਹੋਵੇ 12 ਵਜੇ ਦਾ, ਉਹਨਾਂ ਨੇ ਘਰ ਨੂੰ ਅੱਗ ਲਾਤੀ। ਤੇ ਅਸੀਂ ਕ੍ਰਿਸਚਨ ਪਰਿਵਾਰ ਦੇ ਘਰ ਹੈਗੇ ਸੀ, ਤੇ ਸਹਿਮੇ ਹੋਏ, ਮੈਂ ਤੇ ਮੇਰੇ ਮਾਸੀ ਜੀ ਦਾ ਬੇਟਾ, ਅਸੀਂ ਸਾਰੀ ਰਾਤ ਪਰਛੱਤੀ ਤੇ ਲੁਕ ਕੇ ਸਹਿਮੇ ਹੋਏ। ਇੰਨੇ ਸਹਿਮੇ ਹੋਏ ਸੀ ਕਿ ਮਤਲਬ ਉਹ ਬੱਚਾ, ਇੱਕ ਉਮਰ ਐਸੀ, ਤੇ ਮੌਤ ਬਿਲਕੁਲ ਸਾਹਮਣੇ ਦਿਖ ਰਹੀ ਸੀ ਸਾਨੂੰ। ਸਾਰੀ ਰਾਤ ਅਸੀਂ ਉੱਥੇ ਲੁਕੇ ਰਹੇ। ਤੇ 31 ਅਕਤੂਬਰ ਨੂੰ ਇਹ ਤੁਹਾਡੇ ਘਰ ਨੂੰ ਅੱਗ ਲਾ ਦਿੱਤੀ ਸੀ? 31 ਅਕਤੂਬਰ ਰਾਤ ਨੂੰ ਹੀ।
ਤੇ ਪਹਿਲਾਂ ਲੁੱਟ ਖੋਹ ਕੀਤੀ, ਫਿਰ ਉਹਨਾਂ ਨੇ ਅੱਗ ਲਾਤੀ। ਤੇ ਫਿਰ ਸਵੇਰ ਦਾ ਜਦੋਂ ਸਮਾਂ ਹੋਇਆ, ਦੇਖਿਆ ਉਹਨਾਂ ਨੇ ਮਾਸੜ ਜੀ ਨੇ ਕਿ ਕੰਮ ਜ਼ਿਆਦਾ ਹੀ ਵਿਗੜਦਾ ਜਾ ਰਿਹਾ ਹੈ। ਤੇ ਉਹਨਾਂ ਨੇ ਫਿਰ ਨੇੜੇ ਜਿਹੜਾ ਥਾਣਾ ਸੀ, ਮੇਰੇ ਮਾਸੜ ਜੀ ਰੇਲਵੇ ਦੇ ਵਿੱਚ ਬਤੌਰ ਟੀਟੀ ਡਿਊਟੀ ਨਿਭਾ ਰਹੇ ਸੀ। ਤੇ ਉਹਨਾਂ ਨੇ ਫਿਰ ਨੇੜੇ ਜਿਹੜਾ ਆਪਣਾ ਥਾਣਾ ਸੀ ਉਧਰ ਪੁਲਿਸ ਨੂੰ ਫੋਨ ਕੀਤਾ ਕਿ ਸਾਡੇ ਕੋਲ ਜੋ ਵੀ ਆ ਤੁਸੀਂ ਲੈ ਲਓ ਗੋਲਡ ਕੈਸ਼, ਪਰ ਸਾਨੂੰ ਮਤਲਬ ਸਾਡੇ ਪਰਿਵਾਰ ਨੂੰ ਇੱਥੋਂ ਕੱਢੋ। ਤੇ ਉਹਨਾਂ ਨੇ ਕਿਹਾ ਜੀ ਬਾਹਰ ਹਾਲਾਤ ਬਹੁਤ ਖਰਾਬ ਹੈ, ਹਮ ਗਾੜੀਆਂ ਨਹੀਂ ਭੇਜ ਸਕਦੇ। ਪਰ ਉਹਨਾਂ ਨੇ ਜਦੋਂ ਦੇਖਿਆ ਕਿ ਭਾਈ ਉੱਥੋਂ ਗੋਲਡ ਵੀ ਮਿਲ ਰਿਹਾ, ਪੈਸੇ ਵੀ ਮਿਲ ਰਹੇ ਨੇ, ਤੇ ਉਹਨਾਂ ਨੇ ਫਿਰ ਆਪਣੀ ਗੱਡੀ ਭੇਜੀ ਤੇ ਸ਼ਰਤ ਇਹ ਰੱਖੀ ਕਿ ਸਿਰਫ ਅਸੀਂ ਲੇਡੀਜ਼ ਕੱਢਾਂਗੇ। ਉਹਨਾਂ ਨੇ ਤੁਹਾਨੂੰ, ਪੁਲਿਸ ਨੇ ਗੋਲਡ ਤੇ ਪੈਸੇ ਲੈ ਕੇ ਲੇਡੀਜ਼ ਨੂੰ ਕੱਢਿਆ ਇਕੱਲਾ? ਹਾਂਜੀ, ਲੇਡੀਜ਼ ਕੱਢੀਆਂ ਉੱਥੋਂ, ਜੇਂਟਸ ਰਹਿ ਗਏ। ਫਿਰ ਅਸੀਂ 1 ਅਕਤੂਬਰ ਨੂੰ ਵੀ ਅਸੀਂ ਉੱਥੇ ਹੀ ਉਹ ਕ੍ਰਿਸਚਨ ਪਰਿਵਾਰ ਦੇ ਘਰ ਹੀ ਲੁਕੇ ਰਹੇ। ਤੇ ਜਦੋਂ ਕ੍ਰਿਸਚਨ ਪਰਿਵਾਰ ਸਾਡੇ ਕੋਲ 3-3:30 ਵਜੇ ਆਇਆ, ਉਹ ਕਹਿਣ ਲੱਗਿਆ ਮਾਸੜ ਜੀ ਨੂੰ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਸਰਦਾਰ ਇੱਥੇ ਲੁਕੇ ਹੋਏ ਨੇ, ਤੇ ਉਹ ਕਿੱਥੇ ਮੇਰੇ ਘਰ ਦਾ ਨੁਕਸਾਨ ਨਾ ਕਰਨ, ਮੇਰੇ ਘਰ ਨੂੰ ਅੱਗ ਨਾ ਲਾਣ। ਤੇ ਇਸ ਵਾਸਤੇ ਮੈਂ ਤੁਹਾਨੂੰ ਕੱਲ ਦੀ ਰਾਤ ਸੇਫਟੀ ਦੇ ਦਿੱਤੀ, ਹੁਣ ਮੈਂ ਬੇਵਸ ਹਾਂ ਤੇ ਤੁਸੀਂ ਆਪਣਾ ਇੰਤਜ਼ਾਮ ਕਰ ਲਓ। ਫਿਰ ਮਾਸੜ ਜੀ ਨੇ ਤੇ ਉਹਨਾਂ ਦੇ ਬੱਚਿਆਂ ਨੇ ਆਪਣੇ ਭੇਸ ਵਟਾ ਕੇ ਜਿਵੇਂ ਕਿਵੇਂ ਕਰਕੇ ਉਹ ਉੱਥੋਂ ਨਿਕਲੇ। ਫਿਰ ਮੈਨੂੰ ਵੀ ਉਹਨਾਂ ਨੇ ਆਪਣੇ ਬੇਟੀ ਦੇ ਕੱਪੜੇ ਦਿੱਤੇ, ਕ੍ਰਿਸਚਨ ਪਰਿਵਾਰ ਦੇ। ਦਾੜੀ ਤਾਂ ਉਸ ਟਾਈਮ ਆਈ ਨਹੀਂ ਸੀ, 14 ਕੁ ਸਾਲ ਦੀ ਉਮਰ ਸੀ। ਤੇ ਮੇਰੀ ਪਿੱਛੇ ਗੁੱਤ ਕਰਕੇ ਲੇਡੀਜ਼ ਮੈਂ ਸੂਟ ਪਾਇਆ, ਦੁਪੱਟਾ ਲਿਆ। ਤੇ ਮੈਂ ਉੱਥੋਂ, ਮੇਰੇ ਇੱਕ ਮਾਸੜ ਜੀ ਸੀ, ਉਹ ਸਹਿਜਧਾਰੀ ਸੀ। ਤੁਹਾਨੂੰ ਉਸ ਈਸਾਈ ਪਰਿਵਾਰ ਨੇ ਲੇਡੀਜ਼ ਦੇ ਲੜਕੀਆਂ ਦੇ ਕੱਪੜੇ ਦੇ ਕੇ ਗੁੱਤ ਕਰਕੇ ਉੱਥੋਂ ਤੋਰਿਆ? ਉੱਥੋਂ ਗੁੱਤ ਕਰਕੇ ਮੈਨੂੰ ਉੱਥੋਂ ਕੱਢਿਆ ਜੀ। ਤੇ ਮਾਸੜ ਜੀ ਮੇਰੇ ਜਿਹੜੇ ਸਹਿਜਧਾਰੀ ਸੀ, ਮੋਨੇ ਸੀ, ਉਹਨਾਂ ਨੇ ਕਿਹਾ ਚਲੋ ਮੈਂ ਤੁਹਾਨੂੰ ਥਾਣੇ ਤੱਕ ਛੱਡ ਦਿੰਦਾ, ਜਿਹੜਾ ਕਿ ਥਾਣਾ ਉੱਥੋਂ 1.5 ਕਿਲੋਮੀਟਰ ਹੈਗਾ ਸੀ। ਉਹ ਜਦੋਂ ਮੈਨੂੰ ਥਾਣੇ ਲਿਜਾਣ ਲੱਗੇ, ਸ਼ਾਮ ਕੋਈ 4, 4:30, 5 ਵਜੇ ਦਾ ਟਾਈਮ ਸੀ, 1 ਨਵੰਬਰ ਨੂੰ। ਤੇ ਉੱਥੋਂ ਦੇਖਿਆ ਕਿ ਮੈਂ ਲੇਡੀ ਚੱਪਲ ਵੀ ਪਾਏ ਸੀ, ਘਬਰਾਹਟ, ਲੱਤਾਂ ਕੰਬ ਰਹੀਆਂ ਨੇ। ਤੇ ਉਹ ਮੈਨੂੰ ਬਾਂਹ ਫੜ ਕੇ ਸਪੀਡ ਨਾਲ ਲੈ ਕੇ ਜਾ ਰਹੇ ਨੇ। ਤੇ ਵੇਖਿਆ ਕਿ ਇੱਕ ਹਜੂਮ ਆ ਰਿਹਾ ਅੱਗੇ ਤੋਂ, ਜਿਹਦੇ ਵਿੱਚ 500-400 ਬੰਦਾ, ਤੇ ਉਹਨਾਂ ਦੇ ਹੱਥ ਦੇ ਵਿੱਚ ਤਰਸੂਲ ਤੇ ਪੈਟਰੋਲ ਨੁਮਾ ਬੰਬ, ਤੇ ਮਤਲਬ ਕੁਝ ਅਸਤਰ ਸ਼ਸਤਰ, ਅਗਜਨੀ ਵਾਲੇ, ਲੁੱਟਪਾਟ ਵਾਲੇ, ਐਡੇ ਐਡੇ ਉਹਨਾਂ ਕੋਲ ਕੱਟੇ, ਚਾਕੂ, ਜਿਹੜੇ ਕਿ ਯੂਪੀ ਦੇ ਵਿੱਚ ਉਹਨੂੰ ਕੱਟਾ ਬੋਲਦੇ ਨੇ, ਤੇ ਹਥਿਆਰ, ਮਾਰੂ ਹਥਿਆਰ ਉਹਨਾਂ ਦੇ ਹੱਥਾਂ ਵਿੱਚ ਫੜੇ ਹੋਏ। ਤੇ ਉਹ ਉੱਥੋਂ ਨਾਅਰੇ ਲਾਉਂਦੇ ਹੋਏ ਆ ਰਹੇ ਨੇ। ਨਾਰੇ ਕੀ ਲਾ ਰਹੇ ਸੀਗੇ ਉਹ, ਯਾਦ ਆ? एक भी नहीं बचना चाहिए, जिसने भी हमारी प्रधानमंत्री को मारा है, किसी सिख को नहीं छोड़ना, इनको काट दो, इनको मार दो, इनकी औरतों की इज्जतें लूट लो। तो मतलब इस तरह की सिखा बारे बड़ी भद्दी शब्दावली, मतलब उन्हों की निगाह ਦੇ ਵਿੱਚ ਸਾਰੇ ਹੀ ਸਿੱਖ ਗੁਨਾਹਗਾਰ ਸੀ। ਤੇ ਉਹਨਾਂ ਨੇ ਫਿਰ ਕੀ ਕੀਤਾ ਜੀ, ਇੱਕਦਮ ਦੇਖਿਆ ਕਿ ਇਹ ਲੜਕਾ ਹੈਗਾ, ਕਿਉਂਕਿ ਮੇਰਾ ਤੋਰ, ਘਬਰਾਹਟ, ਉੱਚੀ ਹੀਲ ਦੀ ਚੱਪਲ, ਤੇ ਉਹਨਾਂ ਨੇ ਵੇਖ ਲਿਆ ਕਿ ਲੜਕਾ ਹੈਗਾ, ਲੜਕੀ ਨਹੀਂ ਹੈ। ਤਾਂ ਮੇਰੇ ਕੋਲ ਆ ਕਰਕੇ ਮੈਨੂੰ ਇੱਦਾਂ ਗੁੱਤਾਂ ਤੋਂ ਫੜ ਕੇ 3-4 ਚੰਡਾ ਮੇਰੇ ਸਿੱਟੀਆਂ, ਤੇ ਮਾਸੜ ਜੀ ਨੂੰ ਥੱਲੇ ਸਿੱਟ ਲਿਆ, ਲੱਤਾਂ ਘਸੁੰਨ ਕੇ, ਇਸ ਕੋ ਲੜਕੀ ਬਣਾ ਕੇ ਲੈ ਕੇ ਜਾ ਰਹੇ ਹੋ। ਤੇ ਜੋ ਉਹਨਾਂ ਨੇ ਮੈਨੂੰ ਚੰਡਾ ਸਿੱਟੀਆਂ, ਤੇ ਐਡਾ ਉਹਨਾਂ ਕੋਲ ਚਾਕੂ ਫੜਿਆ, ਇੱਕ ਹੱਥ ਉਹਨਾਂ ਨੇ ਮੇਰੀ ਗੁੱਤ ਨੂੰ ਇੱਦਾਂ ਫੜਿਆ ਹੋਇਆ, ਤੇ ਮੈਨੂੰ ਮਤਲਬ ਚਾਕੂ ਨਾਲ ਮਾਰਨ ਹੀ ਲੱਗੇ ਸੀ ਕਿ ਉਸੇ ਵੇਲੇ ਚੌਪਈ ਸਾਹਿਬ ਦੀ ਜੋ ਬਾਣੀ ਕੰਠਾਵਲੀ ਸੀ, ਅੱਖਾਂ 'ਚ ਹੰਝੂ, 14 ਸਾਲ ਦੀ ਉਮਰ, ਮੌਤ ਦਾ ਮੰਜ਼ਰ ਸਾਹਮਣੇ। ਤੇ ਉਸ ਤੋਂ ਪਹਿਲਾਂ ਜਦੋਂ ਮੈਂ ਜਾ ਰਿਹਾ, ਰਸਤੇ ਦੇ ਵਿੱਚ ਮੈਂ ਇੱਕ ਹੋਰ ਦ੍ਰਿਸ਼ ਵੇਖਿਆ ਜਿਹਨੇ ਮੈਨੂੰ ਹਿਰਦੇ ਨੂੰ ਝੰਜੋੜ ਦਿੱਤਾ ਕਿ ਇੱਕ ਸਿੱਖ ਨੂੰ ਸਕੂਟਰ ਦੇ ਪਿੱਛੇ ਉਹਦੇ ਕੇਸ ਬੰਨ੍ਹ ਕੇ, ਤੇ ਉਹਦੇ ਪਿਛਲੇ ਪਾਸੇ ਪਿੱਠ ਕਰਕੇ ਇੱਕ ਬੰਦਾ ਬੈਠਾ ਜਿਹੜਾ ਢੋਲ ਵਜਾ ਰਿਹਾ ਹੈਗਾ, ਤੇ ਅੱਗੇ ਉਹ ਸਕੂਟਰ ਚਲਾ ਰਿਹਾ ਬੰਦਾ, ਪਿੱਛੇ ਉਹ ਬੰਦਾ ਢੋਲ ਵਜਾ ਰਿਹਾ ਹੈ, ਤੇ ਸਿੱਖ ਦੇ ਕੇਸ ਸਕੂਟਰ ਦੇ ਪਿੱਛੇ ਉੱਥੇ ਬੰਨੇ ਹੋਏ, ਤੇ ਉਹਦੀ ਜਿਹੜੀ ਪਿਛਲੀ ਚਮੜੀ ਸੀ ਪਿੱਠ ਵਾਲੀ, ਉਹ ਸਾਰੀ ਉਖੜੀ ਪਈ, ਤੇ ਲਹੂ ਲੁਹਾਨ ਮੁਰਦਾ ਪਿਆ, ਇੱਦਾਂ ਘੜੀਸਦਾ ਹੋਇਆ, ਕੱਪੜੇ ਉਹਦੇ ਛਿੱਲੇ ਹੋਏ, ਅਧ ਨਗਨ ਉਹਦਾ ਸਰੀਰ, ਤੇ ਉਹਨੂੰ ਘੜੀਸ ਕੇ ਲੈ ਕੇ ਜਾ ਰਹੇ ਨੇ, ਤੇ ਉਹ ਢੋਲ ਵਜਾ ਰਹੇ ਨੇ। ਸਕੂਟਰ ਦੇ ਪਿੱਛੇ ਇੱਕ ਸਿੰਘ ਦੀ ਕੇਸਾਂ ਨਾਲ ਬੰਨ੍ਹ ਕੇ ਘੜੀਸਦੇ ਹੋਏ ਲੈ ਜਾ ਰਹੇ ਨੇ, ਜੋ ਵੇਖ ਕਰਕੇ ਮਤਲਬ ਭੁੰਬਾਂ ਮਾਰ ਕੇ ਰੋਏ ਕਿ ਮਤਲਬ ਕਿੰਨੀ ਨਿਰਦਈ, ਇਸ ਤਰ੍ਹਾਂ ਸਾਡੇ ਸਿੱਖਾਂ ਦੇ ਨਾਲ ਮਨੁੱਖ ਦੇ ਨਾਲ ਇਹ ਕਰ ਰਿਹਾ ਹੈ, ਤੇ ਵੇਖਣ ਵਾਲੇ ਦਾ ਹਿਰਦਾ ਨਹੀਂ ਕੰਬ ਰਿਹਾ, ਉਹ ਢੋਲ ਵਜਾ ਰਿਹਾ ਹੈਗਾ, ਜਸ਼ਨ ਕਰ ਰਿਹਾ ਹੈ। ਮਤਲਬ ਮਾਨਸਿਕਤਾ ਸਾਡੀ ਦੰਗਾਕਾਰੀਆਂ ਦੀ ਇੰਨੀ ਜ਼ਿਆਦਾ, ਮਤਲਬ ਕਿਹੋ ਜਿਹਾ, ਇਸ ਤਰ੍ਹਾਂ ਇਹ ਤਾਂ ਹੈਵਾਨ ਵੀ ਨਹੀਂ ਕਰ ਸਕਦਾ। ਜਾਨਵਰ ਵੀ ਸਾਡੇ ਅੱਖਾਂ ਦੇ ਸਾਹਮਣੇ, ਕੋਈ ਜਾਨਵਰ ਵੀ ਤੜਫ ਰਿਹਾ ਹੋਵੇ, ਜਿੰਨਾ ਮਰਦੀ ਨਿਰਦਈ ਮਨੁੱਖ ਹੋਵੇ, ਹਿਰਦਾ ਕੰਬ ਜਾਂਦਾ ਹੈ। ਪਰ ਇੱਕ ਮਨੁੱਖ
ਤੇ ਉਹਨੂੰ ਆਪਾਂ ਇਸ ਤਰ੍ਹਾਂ ਲੈ ਕੇ ਜਾ ਰਹੇ ਹਾਂ। ਉਹ ਚੀਸਾਂ ਜਦੋਂ ਤੁਰਿਆ ਹੋਣਾ, ਉੱਥੋਂ ਰਗੜ ਪੈ ਰਹੀ, ਉਹ ਚੀਕਦਾ ਹੋਣਾ, ਤੜਫਦਾ ਹੋਣਾ। ਸਾਡੇ ਜਦੋਂ ਮੇਰੇ ਅੱਗੋਂ ਲੰਘਿਆ ਤੇ ਉਹ ਡੈਥ ਹੋ ਚੁੱਕੀ ਸੀ, ਕਿਉਂਕਿ ਉਹਦਾ ਸਾਰਾ ਮਾਸ ਪਿੱਠ ਦਾ ਉਖੜ ਗਿਆ ਸੀ ਤੇ ਸਰੀਰ ਲਹੂ ਵਰਗਾ ਲੱਗ ਰਿਹਾ ਸੀ। ਤਾਂ ਇੱਦਾਂ ਮਤਲਬ ਉਹਨੂੰ ਘੜੀਸ ਕੇ ਲੈ ਕੇ ਜਾ ਰਹੇ ਸੀ। ਕੱਪੜੇ ਵੀ ਉਹਦੇ ਰਗੜ ਪੈ ਕੇ ਸੜਕ ਦੇ ਸਾਰੇ ਮਤਲਬ ਖਤਮ ਹੋ ਚੁੱਕੇ ਸੀ। ਤੇ ਉਹ ਸੀਨ ਵੀ ਵੇਖਿਆ ਹੋਇਆ ਸੀ 5-4 ਮਿੰਟ ਪਹਿਲਾਂ। ਅੱਗੋਂ ਇਹ ਦੰਗਾਕਾਰੀਆਂ ਦਾ ਹਜੂਮ, ਤੇ ਬਸ ਜੋ ਉਹ ਰਾਤ, ਉਹ ਸਮਾਂ, ਉਹ ਸਤਿਗੁਰੂ ਜੀ ਕਦੇ ਕਿਸੇ ਦੁਸ਼ਮਣ ਨੂੰ ਵੀ ਨਾ ਦਿਖਾਵੇ। ਤੇ ਜਦੋਂ ਉਹ ਆਏ ਤੇ ਉਹਨਾਂ ਨੇ ਚਾਕੂ ਫੜਿਆ ਤੇ ਕਹਿੰਦੇ ਮਾਰ ਦੋ ਸਾਲੇ ਕੋ। ਤੇ ਮੇਰਾ ਇੱਦਾਂ ਮਤਲਬ ਮੌਤ ਮਿੰਟ ਬਹੁਤ ਜ਼ਿਆਦਾ ਹੁੰਦਾ ਹੈ। ਮੈਂ ਕਹਿੰਦਾ ਪਲ ਵੀ ਅੱਖ ਦੇ ਝਪਕ ਜਿੰਨੀ ਉਹ ਹੈਗੀ ਸੀ, ਮੌਤ ਬਿਲਕੁਲ ਸਾਹਮਣੇ ਸੀ। ਤੇ ਪਰ ਜਿਸ ਕਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਏ, ਬਿਲਕੁਲ ਸੱਤ ਹੋ ਗਿਆ। ਉਹ ਬਾਣੀ ਨੇ ਆਪਣੀ ਤਾਕਤ ਦਿਖਾਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਉਹਨੇ ਆਪ ਸਹਾਈ ਹੋ ਕਰਕੇ ਆਪ ਵਿੱਚ ਵਰਤ ਕੇ ਉਹ ਪਲ ਨੂੰ ਹੀ ਮਤਲਬ ਅੱਜ ਉਹ ਦੇਖ ਲਓ ਜਗਜੀਵਨ ਸਿੰਘ 38 ਸਾਲ ਬਾਅਦ ਵੀ ਜਿਉਂਦਾ ਜਾਗਦਾ। ਉਹ ਸਤਿਗੁਰੂ ਜੀ ਦੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਹੈ ਕਿ ਜਿਉਂ ਮਤਲਬ ਚਾਕੂ ਲੈ ਕਰਕੇ ਅੱਧਾ ਬਾਲ ਫੜ ਕੇ ਬਸ ਸੈਕਿੰਡ ਵਾਲਾ ਹੀ ਕੰਮ ਹੈਗਾ ਸੀ। ਚਾਕੂ ਅਜੇ ਨੇੜੇ ਹੀ ਆਣਾ ਸੀ ਕਿ ਉੱਥੋਂ 2-3 ਬੰਦੇ ਭੱਜਦੇ ਆਏ। वो कह रहे थे कि सामने सरदार जी का घर लूटा है, उनकी जवान जवान लड़कियां हैं बहुत सुंदर, और उनके घर में बहुत ही सोना और बाहर के डॉलर मिले हैं। ਉਹਦੇ ਕਹਿਣ ਦੇ ਨਾਲ ਹੀ ਜਿਵੇਂ ਸਤਿਗੁਰੂ ਜੀ ਨੇ ਕੌਤਕ ਵਰਤਾਇਆ ਹੁੰਦਾ ਹੈਗਾ, ਤੇ ਉਹਦੇ ਕਹਿਣ ਦੇ ਨਾਲ ਹੀ ਉਹਨੇ ਮੇਰੇ ਮਤਲਬ ਚਾਕੂ ਥੱਲੇ ਸਿੱਟਿਆ ਤੇ ਮੈਨੂੰ ਧਰਤੀ ਨਾਲ ਜ਼ੋਰ ਦੀ ਮਾਰਿਆ। ਤੇ ਮਾਸੜ ਜੀ ਨੂੰ ਥੱਲੇ ਪਹਿਲਾਂ ਬੜੀ ਕੁੱਟਮਾਰ ਉਹਨਾਂ ਦੀ ਕੀਤੀ, ਮੂੰਹ ਤੋਂ ਖੂਨ ਨਿਕਲਣ ਲੱਗਿਆ, ਲੱਤਾਂ ਘਸੁੰਨ ਮੁੱਕੇ ਜਿੰਨੇ ਉਹਨਾਂ ਕੋਲ ਹੋ ਸਕਦੇ ਸੀ। ਮਾਸੜ ਜੀ ਨੂੰ ਮਰਾ ਕਰਕੇ ਉੱਥੇ ਤੇ ਮੈਨੂੰ ਧਰਤੀ ਨਾਲ ਸਿੱਟ ਕੇ ਤੇ ਉਹ ਭੱਜਦੇ ਹੋਏ ਮਤਲਬ ਨਾਰੇ ਨੂਰੇ ਲਾਉਂਦੇ ਹੋਏ ਉੱਥੋਂ ਚਲੇ ਗਏ। ਕਿਸੇ ਨੇ ਜਦੋਂ ਤੁਹਾਨੂੰ ਮਾਰਨ ਲੱਗੇ ਸੀਗੇ, ਕਿਸੇ ਨੇ ਨਾਲ ਦੇ ਨੇ ਆ ਕੇ ਕਿਹਾ ਵੀ ਉਹ ਸਰਦਾਰ ਦੇ ਘਰੋਂ ਅਸੀਂ ਲੁੱਟਮਾਰ ਕੀਤੀ ਆ? ਧੀਆਂ ਭੈਣਾਂ ਬਾਰੇ ਵੀ ਕਿਹਾ? ਦੌੜਦੇ ਹੋਏ ਆ ਰਹੇ ਸੀ, ਭੱਜਦੇ ਹੋਏ। ਉਹ ਦੱਸ ਰਹੇ ਸੀ ਉਹਨਾਂ ਦੇ ਹੱਥ ਦੇ ਵਿੱਚ ਕੋਈ ਟੈਲੀਵਿਜ਼ਨ ਵਰਗੇ ਉਸ ਟਾਈਮ ਮਤਲਬ ਕੋਈ ਟੈਲੀਫੋਨ, ਇਹ ਚੀਜ਼ਾਂ ਮਤਲਬ ਬਹੁਤ ਘੱਟ ਹੁੰਦੀਆਂ ਸੀ। ਐਸੀਆਂ ਚੀਜ਼ਾਂ ਜਿਹੜੀ ਕਿ ਅਸੀਂ ਨਾ ਸੁਣੀਆਂ ਸੀ ਨਾ ਵੇਖੀਆਂ ਸੀ। ਕੋਈ ਮਤਲਬ ਐਸੀਆਂ ਚੀਜ਼ਾਂ ਕੁਝ ਹੱਥਾਂ ਵਿੱਚ ਫੜੀਆਂ ਹੋਈਆਂ ਸੀ, ਕੁਝ ਕੈਸ਼ ਵੀ ਸੀ ਉਹਨਾਂ ਦੇ ਹੱਥ ਦੇ ਵਿੱਚ। ਉਹ ਜਦੋਂ ਭੱਜਦੇ ਲੈ ਕੇ ਆ ਰਹੇ ਸੀ ਤੇ ਜਿਹੜੇ ਸਾਡੇ ਗਰੁੱਪ ਦੇ ਵਿੱਚ ਸੀ ਉਹਨਾਂ ਨੇ ਪੁੱਛਿਆ ਹੋਣਾ, ਉਹ ਕਹਿੰਦੇ पीछे सरदार जी के घर जवान लड़कियां भी हैं और बहुत समान है, जाके लूट लो। ਉਹਦੇ ਕਹਿਣ ਦੀ ਦੇਰ ਸੀ ਤੇ ਉਹ ਚਾਕੂ ਵੀ ਸਿੱਟਿਆ ਉਹਨੇ, ਮੈਨੂੰ ਵੀ ਧਰਤੀ ਸਿੱਟਿਆ ਤੇ ਲੱਤ ਦਾ ਠੁੱਡਾ ਮਾਰ ਕਰਕੇ ਮੈਨੂੰ ਉੱਥੇ ਸਿੱਟ ਕੇ ਫਿਰ ਮਾਸੜ ਜੀ ਜ਼ਖਮੀ ਹਾਲਤ ਵਿੱਚ ਸੀ। ਔਖਾ ਸੌਖਾ ਮੈਂ ਉਹਨਾਂ ਨੂੰ ਚੱਕਿਆ, ਆਪਣੇ ਆਪ ਨੂੰ ਸੰਭਾਲਿਆ ਤੇ ਉਹ ਮੈਨੂੰ ਜਲਦੀ ਦੇ ਵਿੱਚ ਫਿਰ ਥਾਣੇ ਲੈ ਗਏ। ਤੇ ਥਾਣੇ ਦੇ ਵਿੱਚ ਜੋ ਮੰਜ਼ਰ ਵੇਖਿਆ ਸੀ, ਕਿਸੇ ਸਿੱਖ ਦੀ ਬਾਂਹ ਨਹੀਂ, ਕੋਈ ਵਿਚਾਰਾ ਲਹੂ ਲੁਹਾਨ, ਕੇਸ ਖਿਲਰੇ ਪਏ, ਧੀਆਂ ਪੈਣਾ, ਕੱਪੜੇ ਲੀਰੋ ਲੀਰ ਹੋਏ ਪਏ। ਜੋ ਉੱਥੇ ਦਾ ਦ੍ਰਿਸ਼, ਜੋ ਉੱਥੇ ਤਾਹਾਂ ਪੈ ਰਹੀਆਂ ਸੀ, ਉਹ ਮਤਲਬ ਦੱਸਣ ਯੋਗ ਨਹੀਂ ਹੈਗੀਆਂ। ਤੇ ਜੇ ਮੈਂ ਗੱਲ ਕਰਾਂ ਉੱਥੇ 1 ਨਵੰਬਰ ਦੀ ਤੁਸੀਂ ਇਹ ਗੱਲ ਕਰਦੇ ਹੋ, ਪੁਲਿਸ ਦਾ ਕੀ ਕੰਮ ਸੀਗਾ ਉੱਥੇ? ਪੁਲਿਸ ਕਰ ਰਹੀ ਸੀ ਕੁਝ, ਜਾਂ ਜਿਹੜੀ ਲੀਡਰ ਸੀਗੇ ਉੱਥੋਂ ਦੇ ਕਾਉਂਸਲਰ ਵੀ ਹੋਣੇ ਨੇ? ਕਾਂਗਰਸ ਦਾ ਰਾਜ ਸੀ ਜੀ, ਤੇ ਰਾਜੀਵ ਗਾਂਧੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਨਹੀਂ ਦੇਣਾ ਚਾਹੀਦਾ ਸੀ ਕਿ ਜਬ ਬੜਾ ਪਹਾੜ ਗਿਰਤਾ ਹੈ ਤਾਂ ਧਰਤੀ ਹਿਲਤੀ ਹੈ। ਇੱਕ ਤੂੰ ਪ੍ਰਧਾਨ ਮੰਤਰੀ ਦਾ ਬੇਟਾ, ਠੀਕ ਹੈ ਤੇਰੀ ਮਾਤਾ ਮਰੀ ਹੈ, ਮਾਂ ਦਾ ਦੁੱਖ ਹਰ ਇੱਕ ਨੂੰ ਹੁੰਦਾ ਹੈ, ਪਰ ਐਸਾ ਬਿਆਨ, ਤੂੰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁੱਤਰ ਹੈ ਤੇ ਹੁਣ ਤੂੰ ਪ੍ਰਧਾਨ ਮੰਤਰੀ ਵਰਗੀ ਤੇਰੀ ਜ਼ਿੰਮੇਵਾਰੀ ਹੈ ਉਹਦੀ ਗੈਰ ਹਾਜ਼ਰੀ ਦੇ ਵਿੱਚ। ਤੇ ਇਹ ਸਾਰਾ ਜਿਹੜੀ ਕਾਇਨਾਤ ਹੈ, ਸ੍ਰਿਸ਼ਟੀ ਹੈ, ਜੋ ਵੀ ਮਤਲਬ ਹਿੰਦੁਸਤਾਨ ਹੈਗਾ ਜਾਂ ਜਿਹੜੀ ਸਟੇਟ ਦੇ ਵਿੱਚ, ਉਹ ਜਿਹੜਾ ਹੈੱਡ ਹੁੰਦਾ ਉਹ ਇੱਕ ਮੁਖੀ ਹੁੰਦਾ ਹੈ, ਉਹਨੂੰ ਸਾਰਿਆਂ ਬਾਰੇ ਸੋਚਣਾ ਪੈਂਦਾ ਹੈ। ਉਹਨੂੰ ਐਸਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਹ ਬਿਆਨ ਦੇ ਨਾਲ ਹਾਲਾਤ ਬਹੁਤ ਖਰਾਬ ਹੋ ਗਏ। ਲੀਡਰਾਂ ਨੇ ਕੋਈ ਸਾਥ ਨਹੀਂ ਦਿੱਤਾ ਜੀ। ਕਾਂਗਰਸੀ ਕੌਂਸਲਰਾਂ ਨੇ, ਕਾਂਗਰਸੀ ਐਮਐਲਏਆਂ ਨੇ ਸਗੋਂ ਆਪਣੇ ਆਪਣੇ ਇਲਾਕੇ ਦੀਆਂ ਡਿਊਟੀਆਂ ਸੰਭਾਲੀਆਂ। ਉਹਨਾਂ ਨੇ ਵੋਟਰ ਲਿਸਟਾਂ ਕੱਢੀਆਂ, ਸਿੱਖਾਂ ਨੂੰ ਘਰੋਂ ਚੁਣ ਕੇ 100 ਘਰਾਂ ਦੇ ਵਿੱਚ ਜੇਕਰ 2 ਸਿੱਖਾਂ ਦੇ ਘਰ ਨੇ ਤੇ ਉਹ 2 ਘਰਾਂ ਦੇ ਵਿੱਚ ਹੀ ਪਹੁੰਚੇ, 98 ਘਰਾਂ ਦੇ ਵਿੱਚ ਬੂਆ ਨਹੀਂ ਖੜਕਾਇਆ। ਪਤਾ ਨਹੀਂ ਉਹਨਾਂ ਨੇ ਕਿਵੇਂ ਲਿਸਟਾਂ ਕੱਢੀਆਂ, ਕਿਵੇਂ। ਇਹਦਾ ਮਤਲਬ ਕਿ ਸਰਕਾਰ ਦੀ ਸਹਿਮਤੀ, ਪ੍ਰਸ਼ਾਸਨ ਉਹਨਾਂ ਦੇ ਨਾਲ, ਪੁਲਿਸ ਉਹਨਾਂ ਦੇ ਨਾਲ, ਪੁਲਿਸ ਦੀ ਪੂਰੀ ਮਤਲਬ ਉਹਨਾਂ ਦੰਗਾਕਾਰੀਆਂ ਨਾਲ ਮਿਲੀ ਹੋਈ ਸੀ। ਕਿਤੇ ਵੀ ਸਾਨੂੰ ਜੋ ਮੇਰੀ ਸੋਝੀ ਸੀ, ਜੋ ਮੈਂ ਸੁਣਿਆ, ਜੋ ਉੱਥੇ ਦੈਨਿਕ ਜਾਗਰਣ ਅਖਬਾਰ ਵਿੱਚ ਅਸੀਂ 1-2 ਦਿਨ ਸੁਣਦੇ ਰਹੇ, ਲੋਕ ਪੜ੍ਹਦੇ ਰਹੇ, ਵੇਖਦੇ ਰਹੇ, ਅਸੀਂ ਕਿਤੇ ਵੀ ਨਹੀਂ ਸੁਣਿਆ ਕਿ ਕਿਸੇ ਵੀ ਪੁਲਿਸ ਵਾਲੇ ਨੇ ਜਾਂ ਕਿਸੇ ਵੀ ਰਾਜਸੀ ਨੇਤਾ ਨੇ
ਅੱਗੇ ਹੋ ਕਰਕੇ ਕਿਸੇ ਵੀ ਸਿੱਖ ਪਰਿਵਾਰ ਨੂੰ ਬਚਾਇਆ ਹੋਵੇ। ਸਗੋਂ ਉਹਨਾਂ ਨੇ ਉਹਦੇ ਵਿੱਚ ਪੂਰਾ ਸਾਥ ਦਿੱਤਾ। ਇੱਥੇ ਤੱਕ ਕਿ ਕਈ ਪੁਲਿਸ ਵਾਲਿਆਂ ਨੇ ਏਰੀਆ ਦੇ ਵਿੱਚ ਉਹਨਾਂ ਦੰਗਾਕਾਰੀਆਂ ਦੇ ਨਾਲ ਸਮਝੌਤਾ ਕਰਿਆ ਹੋਇਆ ਸੀ ਕਿ ਜਿਤਨਾ ਕੈਸ਼ ਤੇ ਗੋਲਡ ਹੈ ਉਹ ਸਾਨੂੰ ਦੇ ਜਾਇਓ ਤੇ ਬਾਕੀ ਤੁਸੀਂ ਇੱਜ਼ਤਾਂ ਲੁੱਟੋ, ਮਕਾਨਾਂ ਨੂੰ ਅੱਗ ਲਾਓ, ਫਰਨੀਚਰ ਜੋ ਹੈ ਤੁਹਾਡੇ ਕੋਲ ਤੁਸੀਂ ਲੈ ਜਾਓ। ਜਦੋਂ ਅਸੀਂ ਉੱਥੇ ਕੈਂਪ ਦੇ ਵਿੱਚ ਫਿਰ ਸਾਨੂੰ ਉੱਥੋਂ 1 ਤਰੀਕ ਨੂੰ ਹੀ ਰਾਤ ਨੂੰ ਪੁਲਿਸ ਦੀ ਗੱਡੀਆਂ ਭਰ ਕੇ ਸਾਨੂੰ ਗੋਬਿੰਦ ਨਗਰ ਕੈਂਪ ਦੇ ਵਿੱਚ ਲੈ ਗਏ। ਮਿਲਟਰੀ ਦਾ ਕੈਂਪ ਸੀ ਤੇ ਜਦੋਂ ਅਸੀਂ ਉੱਥੇ ਪਹੁੰਚਿਆ ਸੀ ਫਿਰ ਉੱਥੇ 3-4 ਦਿਨ ਰੁਕੇ ਤੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪਰਿਵਾਰ ਆਏ ਹੋਏ ਸੀ। ਉੱਥੇ ਸਾਡੇ ਕੋਲ ਬਲਬੀਰ ਸਿੰਘ ਬੇਦੀ ਜਿਹੜੇ ਕਿ ਡੀਜੀਪੀ ਯੂਪੀ ਦੇ ਵਿੱਚ ਕਾਨਪੁਰ ਦੇ ਵਿੱਚ ਡੀਜੀਪੀ ਦੀ ਸੇਵਾ ਨਿਭਾ ਰਹੇ ਸੀ ਤੇ ਉਹ ਬੰਦੇ ਨੇ ਜਿਹੜਾ ਕਿ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਬਲਬੀਰ ਸਿੰਘ ਬੇਦੀ ਸਰਹੰਦ ਇਲਾਕੇ ਦਾ ਹੈ, ਜਿੱਥੇ ਅਸੀਂ ਰਹਿ ਰਹੇ ਹਾਂ ਸਰਹੰਦ ਦੇ ਵਿੱਚ ਹੁਮਾਯੂੰਪੁਰ ਦੇ ਵਿੱਚ। ਉਹ ਖਾਲਸਾ ਸਕੂਲ ਵਿੱਚ ਪੜ੍ਹੇ ਹੋਏ ਨੇ। ਚਲੋ ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਸਿੱਖ ਡੀਜੀਪੀ ਉਹ ਵੀ ਉਸ ਸਮੇਂ ਯੂਪੀ ਦੇ ਵਿੱਚ ਸੇਵਾ ਨਿਭਾ ਰਿਹਾ ਸੀ ਤੇ 48 ਘੰਟੇ ਜ਼ੁਲਮ ਦਾ ਨੰਗਾ ਨਾਚ ਹੋਇਆ। ਹਜ਼ਾਰਾਂ ਹੀ ਪਰਿਵਾਰਾਂ ਨੂੰ ਟਾਰਗੇਟ ਕੀਤਾ ਗਿਆ, ਲੱਖਾਂ ਨੂੰ ਟਾਰਗੇਟ ਕੀਤਾ ਗਿਆ ਤੇ ਹਜ਼ਾਰਾਂ ਨੇ ਤਸੀਹੇ ਝੱਲੇ। ਕੁਝ ਪਰਿਵਾਰ ਤਾਂ ਬਚ ਗਏ ਜਿਨ੍ਹਾਂ ਕੋਲ ਸ਼ਸਤਰ ਸੀ ਜਾਂ ਜਿਹੜੇ ਬਹੁ ਗਿਣਤੀ ਵਿੱਚ ਸੀ, ਉਹਨਾਂ ਨੇ ਮੁਕਾਬਲੇ ਵੀ ਕੀਤੇ, ਫਾਇਰ ਵੀ ਕੀਤੇ। ਤੇ ਇੱਥੇ ਹੀ ਕਿਦਵਈ ਨਗਰ ਦੇ ਵਿੱਚ ਮੇਰੇ ਇੱਕ ਅੰਕਲ ਜੀ ਸੀ ਤੇ ਉਹ ਮੀਆਂ ਬੀਬੀ ਅਖੰਡ ਕੀਰਤਨੀ ਜਥੇ ਦੇ ਸਿੰਘ ਸੀ ਤੇ ਉਹਨਾਂ ਦੇ ਘਰ ਵਿੱਚ ਵੀ ਦੰਗਾਕਾਰੀਆਂ ਨੇ ਜਦੋਂ ਹਜੂਮ, ਕੋਠੇ ਤੇ ਉਹ ਰਹਿੰਦੇ ਸੀ, ਥੱਲੇ ਮੱਝਾਂ ਦਾ ਚੱਟਾ ਸੀ ਤੇ ਉਹਨਾਂ ਦੇ ਜਦੋਂ ਉਹ ਦੰਗਾਕਾਰੀ ਉੱਪਰ ਚੜ੍ਹਨ ਲੱਗੇ ਤੇ ਉਹਨਾਂ ਨੇ ਵੇਖਿਆ ਕਿ ਭਾਈ ਹੁਣ ਮੌਤ ਤਾਂ ਸਾਹਮਣੇ ਹੈ। ਸਿੰਘਣੀ ਉਹਨਾਂ ਦੇ ਨਾਲ ਸੀ, ਛੋਟੇ ਛੋਟੇ 2 ਬੇਟੇ ਸੀ ਉਹਨਾਂ ਦੇ ਤੇ ਉਹਨਾਂ ਨੇ ਸਿੰਘਣੀ ਨੂੰ ਕਹਿਤਾ, ਸ੍ਰੀ ਸਾਹਿਬ ਸੀ, ਬਰਛਾ ਸੀ ਕਿ ਆਪਾਂ ਦਰਵਾਜ਼ੇ ਦੀ ਕੁੰਡੀ ਲਾ ਕੇ ਰੱਖਣੀ ਹੈ, ਹੌਲੀ ਹੌਲੀ ਮੈਂ ਦਰਵਾਜ਼ਾ ਖੋਲਾਂਗਾ, ਜਿਹੜਾ ਅੰਦਰ ਵੜਿਆ ਝਟਕ ਦਿਓ, ਬਾਕੀ ਜੋ ਸਾਡੇ ਨਾਲ ਹੋਊਗਾ ਤੇ ਜੇਕਰ ਤੂੰ ਬਚ ਗਈ ਤੇ ਮੈਂ ਉਧਰ ਤੈਨੂੰ ਹੱਥ ਨਹੀਂ ਲੱਗਣ ਦੇਣਾ, ਮੈਂ ਤੈਨੂੰ 2 ਫਾੜ ਕਰ ਦੇਣਾ ਤੇ ਮੈਂ ਭਾਵੇਂ ਮੈਨੂੰ ਇਹ ਪੂਰੀਆਂ ਕਰ ਦੇਣ, ਜਿਉਂਦਾ ਸਾੜ ਦੇਣਾ, ਨਾ ਮੈਂ ਤੇਰੀ ਅਸਮਤ ਉਹਨਾਂ ਦੇ ਹੱਥ ਵਿੱਚ ਦੇਣੀ ਹੈ ਤੇ ਨਾ ਹੁਣ ਜਦ ਸ਼ਹੀਦ ਹੀ ਹੋਣਾ ਤੇ 2-4 ਨੂੰ ਅਸੀਂ ਲੈ ਕੇ ਜਾਵਾਂਗੇ। ਤੇ ਉਹਨਾਂ ਨੇ ਉਹੀ ਕੀਤਾ। ਜਦੋਂ ਹਜੂਮ ਉਹ ਪੌੜੀਆਂ ਚੜ੍ਹਿਆ ਉੱਪਰ, ਉਹਨਾਂ ਦੇ ਘਰ ਦੇ ਦਰਵਾਜ਼ਾ ਖੜਕਾਵੇ, ਧੱਕੇ ਮਾਰੇ, ਲੱਤਾਂ ਮਾਰੇ ਤੇ ਉਹਨਾਂ ਨੇ ਹੌਲੀ ਜਿਹੀ ਕੁੰਡੀ ਲਾਈ ਸੀ ਕਿਉਂਕਿ ਜਦੋਂ ਸਾਨੂੰ ਬਾਅਦ ਵਿੱਚ ਮਿਲੇ ਤਾਂ ਉਹਨਾਂ ਨੇ ਸਾਰਾ ਕੁਝ ਦੱਸਿਆ। ਇੱਦਾਂ ਉਹਨਾਂ ਨੇ ਹੌਲੀ ਹੌਲੀ ਦਰਵਾਜ਼ਾ ਖੋਲ੍ਹਿਆ। ਜੋ ਉਹਨਾਂ ਨੇ ਇੱਕਦਮ ਧੱਕਾ ਮਾਰਿਆ ਤਾਂ 5-7 ਅੰਦਰ ਵੜ ਕੇ ਥੱਲੇ ਡਿੱਗ ਪਏ। ਡਿੱਗਦੇ ਸਾਰ ਹੀ ਉਹਨਾਂ ਨੇ ਸ੍ਰੀ ਸਾਹਿਬ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ, ਵੱਢ ਟੁੱਕ ਉਹਨਾਂ ਦੀ ਕੀਤੀ ਤੇ 1-2 ਨੂੰ ਹੀ ਜਦੋਂ ਉਹਨਾਂ ਦੇ ਜ਼ਖਮ ਲੱਗੇ ਤਾਂ ਇੱਕਦਮ ਚੀਕ ਦਹਾੜਾ ਸ਼ੁਰੂ ਹੋ ਗਿਆ। ਪੁੱਠੇ ਪੈਰੀ ਭੱਜੇ। ਉਹਨਾਂ ਨੂੰ ਇਹ ਲੱਗਿਆ ਕਿ ਅੰਦਰ ਬਹੁਤ ਸਿੰਘ ਨੇ, ਉਹਨਾਂ ਕੋਲ ਪੂਰਾ ਅਸਲਾ ਹੈਗਾ ਤੇ ਉਹ ਫਿਰ ਉੱਥੇ ਉਹਨਾਂ ਨੇ ਦੁਬਾਰਾ ਹਮਲਾ ਨਹੀਂ ਕੀਤਾ। ਤੇ ਜਿੱਥੇ ਸਿੱਖਾਂ ਨੇ ਮੁਕਾਬਲੇ ਕੀਤੇ ਨੇ, ਜਿਹੜੇ ਸ਼ਸਤਰਧਾਰੀ ਸੀ ਤੇ ਜ਼ਰੂਰ ਸਾਨੂੰ ਸ਼ਸਤਰਧਾਰੀ, ਮੈਂ ਇੱਕ ਗੱਲ ਇੱਥੇ ਜ਼ਰੂਰ ਇਹ ਕਹਾਂਗਾ ਕਿ ਸਾਨੂੰ ਸ਼ਸਤਰਧਾਰੀ ਜ਼ਰੂਰ ਹੋਣਾ ਚਾਹੀਦਾ। ਅਸੀਂ ਗੱਡੀਆਂ ਵੱਡੀਆਂ ਰੱਖ ਲਈਆਂ, ਫਰਨੀਚਰ ਬਹੁਤ ਵਧੀਆ ਰੱਖ ਲਿਆ। ਜਦੋਂ ਉਦੋਂ ਤਾਂ ਮੋਬਾਈਲ ਨਹੀਂ ਸੀ, ਹੁਣ ਸਾਡੇ ਕੋਲ ਮੋਬਾਈਲ ਵੀ ਬੜੇ ਵਧੀਆ ਨੇ, ਪਰ ਸਾਡੇ ਕੋਲ ਸ਼ਸਤਰ ਨਹੀਂ ਨੇ। ਹਰ ਸਿੱਖ ਨੂੰ ਸ਼ਸਤਰਧਾਰੀ ਘੱਟੋ ਘੱਟ ਅਸੀਂ ਆਪਣੀ ਸਵੈ ਰੱਖਿਆ ਤਾਂ ਕਰ ਸਕੀਏ, ਜਿਹਦੀ ਸਾਨੂੰ ਕਾਨਪੁਰ ਉਸ ਸਮੇਂ ਦੇ ਵਿੱਚ ਬੜੀ ਸ਼ਸਤਰਾਂ ਦੀ ਕਮੀ ਮਹਿਸੂਸ ਹੋਈ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਆਪਣੇ ਵੀ ਸਾਡੇ ਨਾਲ ਇਸ ਤਰ੍ਹਾਂ ਕਰ ਜਾਣਗੇ। ਤੇ ਉੱਥੇ ਜਦੋਂ ਅਸੀਂ ਕੈਂਪਾਂ ਦੇ ਵਿੱਚ ਗਏ ਤੇ ਉੱਥੇ ਜਾ ਕੇ ਜੋ ਅਸੀਂ ਵੇਖਿਆ, ਸੁਣਿਆ, ਜੋ ਪਰਿਵਾਰਾਂ ਨੇ ਉੱਥੇ ਮਤਲਬ ਅਸੀਂ 2-3 ਦਿਨ ਤੜਫਦੇ ਰਹੇ, ਮੂੰਹ ਦੇ ਵਿੱਚ ਪਾਣੀ ਦਾ ਗਲਾਸ ਨਹੀਂ, ਅੰਨ ਦਾ ਦਾਣਾ ਨਹੀਂ, ਕਿਉਂਕਿ ਜੋ ਦਹਿਸ਼ਤ ਜੋ ਮੈਂ ਦੇਖ ਆਇਆ ਸੀ, ਜੋ ਆਪਣੇ ਇੱਕ ਪਲ ਵਾਲੀ ਮੌਤ ਸਾਹਮਣੇ ਵੇਖ ਆਇਆ ਸੀ ਤੇ ਉਹ ਸਾਰਾ ਹੀ ਮਤਲਬ ਵੇਖ ਕਰਕੇ ਇੰਨਾ ਸਰੀਰ ਹਿਰਦਾ ਕੰਬ ਚੁੱਕਿਆ ਸੀ ਕਿ ਮਤਲਬ ਕੁਝ ਖਾਣ ਦੀ, ਕੁਝ ਕਰਨ ਦੀ ਇੱਛਾ ਜੀ ਨਹੀਂ ਹੈਗੀ ਸੀ। ਤੇ ਉੱਥੇ ਜਦੋਂ ਪਰਿਵਾਰ ਬਚਨ ਕਰ ਰਹੇ ਸੀ ਆਪਸ ਦੇ ਵਿੱਚ ਕਿ ਉੱਥੇ ਜੀ ਮਹੱਲੇ ਦੇ ਵਿੱਚ ਉਹ ਬੱਚੀ ਨੂੰ ਮਤਲਬ ਉਹਦੇ ਪਤੀ ਦੇ ਸਾਹਮਣੇ, ਔਰਤ ਦੀ ਪਤੀ ਦੇ ਸਾਹਮਣੇ ਉਹਨਾਂ ਦੀ ਛਾਤੀਆਂ ਵੱਢ ਦੇਣੀਆਂ, ਉਸ ਔਰਤ ਨੂੰ, ਸਿੱਖ ਬੱਚੀ ਨੂੰ, ਭੈਣ ਨੂੰ, ਬੀਬੀ ਨੂੰ ਪਿਤਾ ਦੇ ਸਾਹਮਣੇ ਨਿਵਸਤਰ ਕਰ ਦੇਣਾ ਤੇ ਉਹਦੇ ਨਾਲ ਰੇਪ ਕਰਨੇ, ਉਹਦੀ ਇੱਜ਼ਤ ਨੂੰ। ਕੈਸੀ ਮਾਨਸਿਕਤਾ ਲੋਕਾਂ ਦੀ। ਜਿਸ ਸਿੱਖਾਂ ਨੇ ਹਿੰਦੂਆਂ ਦੀ ਬਹੂ ਬੇਟੀਆਂ ਬਚਾਉਣ ਵਾਸਤੇ ਰਾਤ ਨੂੰ ਹਮਲੇ ਕਰਨੇ ਮੁਗਲਾਂ ਤੇ ਉਹਨਾਂ ਦੀ ਬਹੂ ਬੇਟੀਆਂ ਛੁਡਾ ਕਰਕੇ ਉਹਨਾਂ ਨੂੰ ਸਮਰਪਿਤ ਕਰਕੇ ਆਣੀਆਂ ਤੇ ਸਗੋਂ ਸਾਨੂੰ ਬਾਅਦ ਦੇ ਵਿੱਚ ਉਹਦਾ ਸਾਨੂੰ ਇਨਾਮ ਵੀ ਦਿੱਤਾ ਗਿਆ ਕਿ ਸਿੱਖਾਂ ਦੇ 12 ਵਜੇ ਦਿਮਾਗ ਖਰਾਬ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀਆਂ ਕੀਤੀਆਂ, ਸਰੂਪ ਨੂੰ ਅਗਨ ਭੇਟ ਕੀਤੇ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਅੰਗ ਦੁਕਾਨਾਂ 'ਤੇ ਮਿਲੇ
ਜਿਹਨੂੰ ਰੱਦੀ ਦੇ ਕਰਕੇ ਉਹਨਾਂ ਨੇ ਵੇਚਿਆ ਤੇ ਉਹਦੇ ਵਿੱਚ ਚੀਜ਼ਾਂ ਪਾ ਪਾ ਕੇ ਅੱਗੇ ਉਹਨਾਂ ਨੇ ਵੇਚੀਆਂ। ਅੱਛਾ, ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਸਿਲਸਿਲਾ ਉਦੋਂ ਵੀ ਇਹ ਚਲਾਇਆ ਜਿਹੜਾ ਹੁਣ ਚੱਲਦਾ? ਬਹੁਤ ਹੋਇਆ ਜੀ, ਬਹੁਤ। ਕਿੰਨੇ ਹੀ ਕਾਨਪੁਰ ਦੇ ਵਿੱਚ ਗੁਰਧਾਮ ਅਗਨ ਭੇਟ ਕੀਤੇ ਗਏ। ਕਾਨਪੁਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਸੀ, ਪਿਤਾ ਜੀ ਉੱਥੇ ਸੀ, ਅਸੀਂ ਕੈਂਪ ਦੇ ਵਿੱਚ ਸੀ ਤੇ ਸਾਨੂੰ ਉੱਥੇ ਕਿਹਾ ਗਿਆ 3 तरीक ਨੂੰ ਕਿ ਚੌਕ ਸਰਾਫਾ ਗੁਰਦੁਆਰੇ को आग लगा दी और उसमें जो संगत और सेवादार ग्रंथी सिंह जो भी थे सब जिंदा जला दिए। ਤੇ ਸਾਨੂੰ ਮਤਲਬ ਹਿਰਦਾ ਕੰਬ ਗਿਆ ਕਿ ਪਿਤਾ ਜੀ ਉੱਥੇ ਸੀ, ਇਹਦਾ ਮਤਲਬ ਪਿਤਾ ਜੀ ਵੀ ਕੋਈ ਅਣਸੁਖਾਵੀ ਘਟਨਾ ਵਾਪਰ ਗਈ। ਪਿਤਾ ਜੀ ਨੂੰ ਦੱਸਿਆ ਗਿਆ ਕਿ ਤੁਹਾਡੇ ਮਕਾਨ ਨੂੰ ਅੱਗ ਲਾਤੀ ਤੇ ਤੁਹਾਡਾ ਪਰਿਵਾਰ ਸਾਰਾ ਹੀ ਮਤਲਬ ਉੱਥੇ ਵਿੱਚ ਸੜ ਗਿਆ। ਪਿਤਾ ਜੀ ਦੇ ਭਾਣੇ ਅਸੀਂ ਨਹੀਂ ਆ, ਸਾਡੇ ਭਾਣੇ ਪਿਤਾ ਜੀ ਨਹੀਂ ਨੇ ਤੇ ਅਸੀਂ ਬੜੇ ਤੜਫਦੇ ਰਹੇ। ਅਸੀਂ ਉੱਥੇ ਮਿਲਟਰੀ ਨੂੰ, ਆਰਮੀ ਨੂੰ ਬੇਨਤੀਆਂ ਜੋਦੜੀਆਂ, ਮਾਤਾ ਬੜੀ ਤੜਫੀ ਕਿ ਸਾਨੂੰ ਇੱਕ ਵਾਰੀ ਚੌਕ ਸਰਾਫਾ ਗੁਰਦੁਆਰੇ ਲੈ ਜਾਓ, ਅਸੀਂ ਵੇਖਣਾ ਹੈਗਾ। ਉਹ ਕਹਿੰਦੇ ਜੀ कोई कहीं नहीं जा सकता, बाहर दंगे हो रहे हैं और हमारे बस में स्थिति नहीं है, हमारे कंट्रोल में नहीं है, तो हम आपको यहाँ से नहीं ले जा सकते। फिर जो 4 तरीक ਨੂੰ ਕਰਫਿਊ ਲੱਗਿਆ ਤੇ ਕੁਝ ਹਾਲਾਤ ਹੋਏ, ਡੀਜੀਪੀ ਨੇ ਫਿਰ ਪਾਵਰ ਵਰਤੀ ਜਾਂ ਸੈਂਟਰ ਵੱਲੋਂ ਹੁਕਮ ਆਇਆ, ਉਹ ਤਾਂ ਉਹਨਾਂ ਨੂੰ ਹੀ ਪਤਾ ਹੋਣਾ ਹੈ। ਫਿਰ ਇੱਕਦਮ ਜਦੋਂ 3 तरीक ਤੋਂ ਬਾਅਦ 4 तरीक ਨੂੰ ਐਲਾਨ ਹੋ ਗਿਆ ਕਿ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰ ਦਿਓ, ਉਸ ਤੋਂ ਬਾਅਦ ਕਰਫਿਊ ਲੱਗਿਆ। ਉਸ ਤੋਂ ਬਾਅਦ ਕੁਝ ਹਾਲਾਤ ਠੀਕ ਹੋਏ ਤੇ ਫਿਰ ਮਾਤਾ ਨੇ ਬੇਨਤੀ ਕੀਤੀ, ਤਰਲਾ ਪਾਇਆ। ਫਿਰ ਮਿਲਟਰੀ ਵਾਲੇ ਮੰਮੀ ਨੂੰ, ਮੈਨੂੰ ਤੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰੇ ਲੈ ਕੇ ਗਏ ਤੇ ਵੇਖਿਆ ਕਿ ਸ਼ੁਕਰ ਹੈ ਸਾਹਿਬ ਜੀ ਦਾ ਕਿ ਗੁਰਦੁਆਰਾ ਸਾਹਿਬ ਵੀ ਸੇਫ ਸੀ ਤੇ ਜਿੰਨੀ ਵੀ ਸੰਗਤ ਉੱਥੇ ਰਹਿ ਗਈ ਸੀ ਜਾਂ ਉੱਥੇ ਦੇ ਮੁਲਾਜ਼ਮ ਸੀ ਸਾਰੇ ਸੇਫ ਸੀ। ਪਿਤਾ ਜੀ ਨੂੰ ਮਿਲੇ। ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਕਿਹਾ ਆਰਮੀ ਵਾਲਿਆਂ ਨੂੰ ਤੁਸੀਂ ਕਹੀ ਗਏ ਵੀ ਸਾਨੂੰ ਲੈ ਜਾਓ, ਜਾਂ ਆਰਮੀ ਨੇ ਉੱਥੇ ਕੀ ਜਵਾਬ ਦਿੰਦੇ ਸੀਗੇ? ਉਹਨਾਂ ਦੇ ਨੱਕ ਹੇਠ ਹੋ ਰਿਹਾ ਸੀ ਸਾਰਾ ਕੁਝ, ਪੁਲਿਸ ਦੇ ਹੱਥ ਨੱਕ ਹੇਠ ਹੋ ਰਿਹਾ ਸੀ? ਫਿਰ ਉਹਨਾਂ ਦੇ ਹੱਥ ਖੜੇ ਸੀ ਜੀ। ਕੀ ਬੇਵਸੀ ਸੀ ਪੁਲਿਸ ਦੀ, ਮਿਲਟਰੀ ਦੀ, ਕਿ ਉਹ ਮਤਲਬ ਉਹ ਕਹਿ ਰਹੇ ਸੀ ਤੁਹਾਨੂੰ ਅਸੀਂ ਕੈਂਪ ਦੇ ਅੰਦਰ ਤਾਂ ਸੇਫ ਰੱਖ ਸਕਦੇ ਹਾਂ ਪਰ ਅਸੀਂ ਤੁਹਾਨੂੰ ਕੈਂਪ ਤੋਂ ਬਾਹਰ ਨਹੀਂ ਲਿਜਾ ਸਕਦੇ। ਇੱਥੇ ਤੱਕ ਕਿ ਜੇਕਰ ਤੁਹਾਡਾ ਕੋਈ ਘਰ ਦੇ ਵਿੱਚ ਕੋਈ ਜੀਵ ਵੀ ਰਹੇਗਾ ਤਾਂ ਅਸੀਂ ਉਹਨੂੰ ਵੀ ਨਹੀਂ ਕੱਢ ਸਕਦੇ। ਆਰਮੀ ਅਫਸਰਾਂ ਦਾ ਇਹ ਤੁਹਾਨੂੰ ਸਿੱਧਾ ਸੀਗਾ ਵੀ ਅਸੀਂ ਨਹੀਂ ਤੁਹਾਨੂੰ ਸੇਫ ਰੱਖ ਸਕਦੇ ਬਾਹਰ? ਬਿਲਕੁਲ, ਤੁਸੀਂ ਅੰਦਰ ਕੈਂਪ ਦੇ ਵਿੱਚੋਂ ਸੇਫ ਹੋ, ਬਾਹਰ ਸਾਡੀ ਪੂਰੀ ਫੋਰਸ ਲੱਗੀ ਪਈ ਆ, ਅਸੀਂ ਦੇਖਦੇ ਗੋਲੀ ਮਾਰ ਦੇਣੀ, ਅੰਦਰ ਕੋਈ ਨਹੀਂ ਆਊਗਾ। ਬਾਕੀ ਜਦੋਂ ਤੱਕ ਉੱਪਰੋਂ ਸਾਨੂੰ ਹਦਾਇਤਾਂ ਨਹੀਂ ਆਉਂਦੀਆਂ ਅਸੀਂ ਨਾ ਤਾਂ ਦੰਗੇ ਰੋਕ ਸਕਦੇ ਹਾਂ ਨਾ ਹੀ ਕਰਫਿਊ ਲਾ ਸਕਦੇ ਹਾਂ। ਤੇ 48 ਘੰਟੇ ਜ਼ੁਲਮ ਦਾ ਨੰਗਾ ਨਾਚ ਹੋਇਆ। मैं तो यह कहूँगा हमें तो अपनों ने लूटा, गैरों में कहाँ दम था, मेरी किश्ती वहाँ डूबी जहाँ पानी कम था। ਸਾਡੇ ਹਿੰਦੁਸਤਾਨੀਆਂ ਨੇ ਹਿੰਦੁਸਤਾਨ ਦੇ ਵਿੱਚ ਸਾਨੂੰ ਸਾਡੀ ਅਸਮਤ ਲੁੱਟੀ, ਗਲਾਂ ਵਿੱਚ ਟਾਇਰ ਪਾ ਪਾ ਕੇ ਜੂੰਦੇ ਸਾੜਿਆ। 14 ਸਾਲ ਦੀ ਉਮਰ ਸੀ, ਗੁਰਦੁਆਰਾ ਸਾਹਿਬ ਜਾਣਾ, ਅਰਦਾਸ ਹੋਣੀ, ਸੁਣਨੀ, ਸਿੱਖਾਂ ਦੇ ਬੰਦ ਕਟਾਏ, ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਾਲੇ ਗਏ। ਕਿੰਤੂ ਪਰੰਤੂ ਨਹੀਂ ਹੈ, ਪਰ ਬਚਪਨਾ ਸੀ ਨਾ, ਛੋਟੀ ਉਮਰ ਸੀ। ਮੈਂ ਸੋਚਦਾ ਸੀ ਜੀ ਇੱਦਾਂ ਹੁੰਦਾ ਹੈਗਾ ਕਿ ਮਤਲਬ ਭਾਵੇਂ ਉਹ ਮੁਸਲਮਾਨ ਸੀ, ਮੁਗਲ ਸਾਮਰਾਟ ਸੀ ਤਾਂ ਇਨਸਾਨ ਸੀ ਤਾਂ ਮਨੁੱਖ। ਇੱਕ ਮਨੁੱਖ ਦੇ ਸਾਹਮਣੇ ਕਿਸੇ ਦੂਜੇ ਮਨੁੱਖ ਨੂੰ ਉਬਾਲਿਆ ਜਾ ਰਿਹਾ ਪਾਣੀ ਦੇ ਵਿੱਚ ਤੇ ਉਹ ਵੇਖ ਰਿਹਾ ਹੈ। ਕਿਹੋ ਜਿਹਾ ਉਹਦਾ ਹਿਰਦਾ ਦਿਲ ਹੋਊਗਾ, ਪੱਥਰ, ਕਿ ਮਤਲਬ ਉਹ ਸਾਰਾ ਕੁਝ ਵੇਖ ਰਿਹਾ, ਉਹ ਬੰਦਾ ਤੜਫ ਰਿਹਾ ਉਹਦੇ ਵਿੱਚ। ਇੱਕ ਸਿੱਖ ਨੂੰ ਬਾਹਾਂ ਬੰਨ੍ਹ ਕੇ ਗੱਬੇ ਤੋਂ ਚੀਰ ਦੇਣਾ ਲੱਕੜ ਵਾਂਗ, ਭਾਵੇਂ ਕੋਈ ਵੀ ਸਾਮਰਾਟ ਸੀ, ਕੋਈ ਵੀ ਧਰਮ ਮਜ਼ਹਬ ਦਾ ਸੀ ਤਾਂ ਮਨੁੱਖ। ਇਸ ਤਰ੍ਹਾਂ ਹੋ ਸਕਦਾ ਹੈ ਜੀ? ਮਾਵਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਾਤੇ। ਕਿਵੇਂ? ਮਤਲਬ ਥੋੜ੍ਹਾ ਮੰਨਣਾ ਬਚਪਨਾ ਕਰਕੇ। ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਕਿੰਤੂ ਪਰੰਤੂ ਨਹੀਂ ਹੈ। ਪਰ ਬੱਚੇ ਸੀ ਨਾ, ਬੱਚੇ ਕਰਕੇ ਇੰਨੀ ਸੋਝੀ ਦੀ ਘਾਟ ਸੀ। ਮੈਂ ਕਿਹਾ ਇੱਦਾਂ ਹੋ ਸਕਦਾ ਹੈ? ਪਰ ਜਦੋਂ 1984 ਦੇ ਵਿੱਚ 31 ਅਕਤੂਬਰ ਰਾਤ ਨੂੰ ਉਹ ਸਿੱਖ ਨੂੰ ਸਕੂਟਰ ਦੇ ਪਿੱਛੇ ਘੜੀਸਦੇ ਵੇਖਿਆ, ਇੱਕ ਪਰਿਵਾਰ ਦੇ ਜਿਹੜੇ ਕਿ ਸਾਡੇ ਕੋਲ ਥਾਣੇ ਦੇ ਵਿੱਚ ਹੈਗਾ ਸੀ, ਉਹਦਾ ਇੰਨਾ ਮੋਢਾ ਉੱਡਿਆ ਪਿਆ। ਮੇਸਟਨ ਰੋਡ ਉਸ ਵੀਰ ਦੀ ਦੁਕਾਨ ਸੀ। ਉਹ ਕਹਿ ਰਿਹਾ ਸੀ ਮੇਰੀ ਅੱਖਾਂ ਦੇ ਸਾਹਮਣੇ ਮੇਰੇ 13 ਬੰਦੇ ਜੂੰਦੇ ਸਾੜ ਤੇ ਮੈਂ ਕਿਵੇਂ, ਉਹਨੇ ਕੰਧ ਟੱਪ ਕੇ ਕਿਵੇਂ ਲੁਕ ਛੁਪ ਕੇ ਜਾਨ ਬਚਾਈ। ਉਹਨਾਂ ਨੇ ਉਹਦੇ ਉੱਪਰ ਵਾਰ ਕੀਤਾ ਤੇ ਇੰਨਾ ਪਾਸਾ ਉਹਦਾ ਛਿੱਲਿਆ ਗਿਆ ਸੀ, ਲਹੂ ਲੁਹਾਨ ਸਾਰਾ ਸਰੀਰ ਹੋਇਆ ਪਿਆ ਸੀ। ਉਹ ਵੀਰ ਬਚਿਆ ਕਿ ਨਹੀਂ ਬਚਿਆ ਤਾਂ ਅਕਾਲ ਪੁਰਖ ਵਾਹਿਗੁਰੂ ਜਾਣਦਾ। 13 ਬੰਦੇ, ਮਤਲਬ ਜਦੋਂ ਇਹ ਚੀਜ਼ਾਂ ਸੁਣ ਰਹੇ ਸੀ, ਵੇਖ ਰਹੇ ਸੀ ਤੇ ਸੱਚ ਹੈ ਜੀ, ਜੋ ਅਰਦਾਸ ਦੇ ਵਿੱਚ ਹੈ ਹੀ ਸੱਚ ਹੋ,
ਪਰ ਮੈਂ ਮਤਲਬ ਕਹਿ ਰਿਹਾ ਸੀ ਕਿ ਕੋਈ ਮਨੁੱਖ ਇੱਦਾਂ ਨਹੀਂ ਕਰ ਸਕਦਾ। ਪਰ ਜਦੋਂ ਆਪਣੀ ਅੱਖਾਂ ਦੇ ਸਾਹਮਣੇ ਵੇਖ ਸਕਿਆ ਕਿ ਮਨੁੱਖ ਵੀ ਐਸਾ ਨਿਰਦਈ ਤੇ ਐਸਾ ਕਸਾਈ ਹੋ ਸਕਦਾ ਹੈ, ਮਨੁੱਖ ਵੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿਣ ਸਕਦਾ ਹੈ। ਇਨਸਾਨ ਦੀ ਵੀ ਐਸੀ ਮਤਲਬ ਸੋਚ, ਐਸੀ ਮਤਲਬ ਹੈ ਤਾਂ ਜਾਨਵਰ ਵੀ ਕੰਬ ਜਾਂਦਾ ਹੈਗਾ। ਅਸੀਂ ਇਨਸਾਨ ਵੀ ਜਿੰਨਾ ਮਰਜ਼ੀ ਨਿਰਦਈ ਹੋਵੇ, ਸਾਡੇ ਸਕੂਟਰ ਥੱਲੇ ਕੋਈ ਕੁੱਤਾ ਬਿੱਲਾ ਆ ਜਾਵੇ ਤਾਂ ਅਸੀਂ ਤੜਫ ਜਾਈਦਾ ਹੈਗਾ, ਸੋਚੀਦਾ ਕਿ ਉਹਨੂੰ ਚੱਕ ਕੇ ਸਾਈਡ ਤੇ ਕਰੀਏ ਤੇ ਉਹਨੂੰ ਕੋਈ ਫਸਟ ਏਡ ਦਈਏ, ਵਿਚਾਰਾ ਬਚ ਜਾਏ, ਕਿਵੇਂ ਤੜਫ ਰਿਹਾ ਹੈਗਾ। ਤੇ ਅੱਜ ਇਨਸਾਨ ਦੇ ਗਲੇ ਵਿੱਚ ਟਾਇਰ ਪਾ ਕੇ ਅਸੀਂ ਭੰਗੜੇ ਪਾ ਕਰਕੇ ਨਾਚ ਕਰ ਰਹੇ ਹਾਂ। ਤੇ ਉਹ ਸਿੱਖ ਵਾਸਤੇ, ਜਿਸ ਸਿੱਖ ਦੇ ਕਰਕੇ ਤੁਸੀਂ ਹਿੰਦੁਸਤਾਨ ਦੇ ਵਿੱਚ ਜਿਉਂਦੇ ਹੋ, ਜੇਕਰ ਸਿੱਖਾਂ ਦੀ ਕੁਰਬਾਨੀਆਂ ਨਾ ਹੁੰਦੀਆਂ, ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀਆਂ ਨਾ ਹੁੰਦੀਆਂ, ਤੇ ਅੱਜ ਹਿੰਦੁਸਤਾਨ ਨਹੀਂ ਹੋਣਾ ਸੀ। ਅੱਜ ਇੱਥੇ ਸਿਰਫ ਅੱਲਾਹੁ ਅਕਬਰ ਹੀ ਹੋਣੀ ਸੀ। ਤੇ ਬੜਾ ਉਹ, ਪਰ ਚਲੋ ਜਿਵੇਂ ਸਤਿਗੁਰੂ ਜੀ ਦੀ ਖੇਡ ਸੀ, ਜਿਵੇਂ ਉਹਦੇ ਰੰਗ ਸੀ। ਤੇ ਉੱਥੋਂ ਫਿਰ ਅਸੀਂ ਜਦੋਂ ਕੈਂਪ ਖੁੱਲ੍ਹਿਆ ਜੀ, ਫਿਰ ਇੰਨਾ ਹਿਰਦਾ ਕੰਬ ਗਿਆ ਸੀ, ਇੰਨਾ ਮਤਲਬ ਮਾਨਸਿਕਤਾ, ਵਿਸ਼ਵਾਸ, ਭਰੋਸਾ ਨਹੀਂ ਹੋ ਰਿਹਾ ਸੀ ਕਿ ਸਾਡੇ ਆਪਣਿਆਂ ਨੇ, ਕੋਈ ਬਾਹਰੋਂ ਆ ਕੇ ਸਾਡੇ ਉੱਪਰ ਕਰਦਾ, ਕੋਈ ਪਾਕਿਸਤਾਨ ਤੋਂ, ਕੋਈ ਕਿਸੇ ਹੋਰ ਕੰਟਰੀ ਤੋਂ, ਕੋਈ ਦੁਸ਼ਮਣ ਮੁਲਕ ਤੋਂ ਸਾਡੇ ਨਾਲ ਕਰਦਾ ਤਾਂ ਸੋਚਿਆ ਜਾ ਸਕਦਾ ਸੀ। ਸਾਡੇ ਆਪਣਿਆਂ ਨੇ, ਸਾਡੇ ਗੁਆਂਢੀਆਂ ਨੇ, ਸਾਡੇ ਪੜੋਸੀਆਂ ਨੇ, ਸਾਡੇ ਆਪਣਿਆਂ ਨੇ ਇਸ ਤਰ੍ਹਾਂ ਕੁਝ ਕੀਤਾ, ਜਿਹੜਾ ਕਿ ਅੱਜ ਵੀ ਕਾਨਪੁਰ ਸਾਡੇ ਰਿਸ਼ਤੇਦਾਰੀ ਕਾਫੀ ਹੈਗੀ। ਜਾਣ ਲੱਗਿਆ ਅੱਜ ਵੀ ਹਿਰਦਾ ਕੰਬਦਾ ਹੈ, ਡਰ ਲੱਗਦਾ ਹੈਗਾ, ਭੈ ਲੱਗਦਾ। ਭਾਵੇਂ ਮੈਂ ਉੱਥੇ ਦਾ ਜੰਮ ਪਲਾਂ, ਮੇਰੀ ਮਾਤ ਭੂਮੀ ਹੈ ਉੱਥੇ, ਪੜ੍ਹੇ ਲਿਖੇ ਉੱਥੇ, ਬਚਪਨ ਉੱਥੇ ਹੰਡਾਇਆ, ਪਰ ਅੱਜ ਵੀ ਹਿਰਦਾ ਕੰਬ ਜਾਂਦਾ ਹੈ। 2-3 ਵਾਰ ਉਹ 84 ਤੋਂ ਲੈ ਕੇ ਅੱਜ ਤੱਕ 38 ਸਾਲ ਹੀ 3-4 ਵਾਰ ਜਾਣ ਦਾ ਮੌਕਾ ਮਿਲਿਆ, ਪਰ ਅੱਜ ਵੀ ਹਿਰਦਾ ਕੰਬ ਜਾਂਦਾ ਹੈ। ਉਹੀ ਕਾਨਪੁਰ ਸਾਨੂੰ ਅਜੇ ਡਰਾਵਣਾ ਲੱਗਦਾ ਹੈਗਾ ਕਿ ਛੇਤੀ ਤੋਂ ਛੇਤੀ ਇੱਥੇ ਕਾਰਜ ਕਰੀਏ ਤੇ ਵਾਪਸ ਜਾਈਏ। ਉੱਥੋਂ ਫਿਰ ਅਸੀਂ ਵਿਦਆਊਟ ਪੈਸੇ ਜੇਬ ਵਿੱਚ ਨਹੀਂ, ਕਿਵੇਂ ਕਿਵੇਂ ਕਰਕੇ ਸਾਰਾ ਪਰਿਵਾਰ ਅਸੀਂ ਲੁਧਿਆਣੇ ਆਏ, ਮਾਡਲ ਟਾਊਨ ਗੁਰਦੁਆਰੇ। ਤੇ ਜੇ ਮੈਂ ਗੱਲ ਕਰਾਂ ਜੀ, ਕਾਨਪੁਰ ਦੇ ਵਿੱਚ ਇਹ ਕੁਝ ਹੋਇਆ, ਕਾਨਪੁਰ ਦੇ ਵਿੱਚ ਤੁਹਾਡੇ ਜਿਹੜੇ ਆਲੇ ਦੁਆਲੇ ਗੁਆਂਢੀ ਸੀ, ਆਪਣਾ ਸਹਿਚਾਰ ਹੁੰਦਾ, ਤੇ ਉਹਨਾਂ ਨੇ ਕਿਸੇ ਨੇ ਬਚਾਇਆ ਨਹੀਂ? ਸਿਰਫ ਸਾਹਮਣੇ ਜਿਹੜਾ ਕ੍ਰਿਸਚਨ ਪਰਿਵਾਰ ਸੀ ਉਹਨੇ ਹੈਲਪ ਕੀਤੀ, ਬਾਕੀ ਕਿਸੇ ਨੇ ਵੀ ਨਹੀਂ ਕੀਤੀ। ਬਾਕੀ ਕਈ ਥਾਵਾਂ 'ਤੇ ਮੁਸਲਿਮ ਪਰਿਵਾਰਾਂ ਨੇ, ਮੁਸਲਿਮ ਵੀਰਾਂ ਨੇ ਬੜਾ ਸਾਥ ਦਿੱਤਾ, ਹਿੰਦੂ ਵੀਰਾਂ ਨੇ ਵੀ ਕਈ ਥਾਵਾਂ 'ਤੇ ਦਿੱਤਾ। ਪਰ ਜਿੱਥੇ ਮੁਸਲਮਾਨਾਂ ਦੀ, ਵੈਸੇ ਕਾਨਪੁਰ ਕਾਫੀ ਇਲਾਕੇ ਮੁਸਲਮਾਨਾਂ ਦੇ ਹੈ, ਉੱਥੇ ਜਿੱਥੇ ਕੋਈ ਇੱਕਾ ਦੁੱਕਾ ਸਿੱਖ ਪਰਿਵਾਰ ਸੀ ਮੁਸਲਮਾਨ ਇਲਾਕੇ ਦੇ ਵਿੱਚ, ਉਹਨਾਂ ਨੇ ਪੂਰੀ ਹੈਲਪ ਕੀਤੀ। ਉਹਨਾਂ ਨੇ ਆਂਚ ਨਹੀਂ ਆਣ ਦਿੱਤੀ, ਆਪ ਮਤਲਬ ਅੱਗੇ ਹੋ ਕੇ ਕਿ ਆਪ ਕੀ ਤਰਫ ਕੋਈ ਆँख ਉਠਾ ਕੇ ਨਹੀਂ ਦੇਖੇਗਾ। ਤੇ ਉਹਨਾਂ ਨੇ ਪੂਰੀ, ਕ੍ਰਿਸਚਨ ਪਰਿਵਾਰਾਂ ਨੇ ਹੈਲਪ ਕੀਤੀ, ਮੁਸਲਿਮ ਪਰਿਵਾਰਾਂ ਨੇ ਹੈਲਪ ਕੀਤੀ, ਕਈ ਥਾਵਾਂ 'ਤੇ ਹਿੰਦੂ ਪਰਿਵਾਰਾਂ ਨੇ ਵੀ ਹੈਲਪ ਕੀਤੀ ਹੋਵੇਗੀ, ਪਰ ਆਂਢ ਗੁਆਂਢ ਨੇ ਜਾਂ ਕਿਸੇ ਨੇ ਕੋਈ ਸਾਨੂੰ ਮਤਲਬ ਸਾਥ ਨਹੀਂ ਦਿੱਤਾ, ਸਿਰਫ ਸਿਵਾਏ ਇੱਕ ਕ੍ਰਿਸਚਨ ਪਰਿਵਾਰ ਦੇ। ਕਿੰਨੀ ਤਰੀਕ ਨੂੰ ਕੈਂਪ ਦੇ ਵਿੱਚੋਂ ਫਿਰ ਬਾਹਰ ਨਿਕਲਦੇ ਹੋ ਤੇ ਇੱਥੇ ਕਿਵੇਂ ਪਹੁੰਚਦੇ ਹੋ ਫਿਰ ਆਪਣੇ ਲੁਧਿਆਣੇ? ਅਸੀਂ ਕੈਂਪ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਚਲੇ ਗਏ। ਸਾਨੂੰ ਮਿਲਟਰੀ ਵਾਲੇ ਆਪਣੀ ਗੱਡੀ ਦੇ ਵਿੱਚ ਗੁਰਦੁਆਰਾ ਸਾਹਿਬ ਲੈ ਗਏ, ਜਿੱਥੇ ਅਸੀਂ ਪਰਿਵਾਰ ਨੂੰ ਮਿਲੇ। ਤੇ ਜਦੋਂ ਪਰਿਵਾਰ ਨੂੰ ਮਿਲ ਕੇ ਅਸੀਂ ਆਪਣੇ ਘਰ ਆਏ, ਦੁਕਾਨ ਵੇਖੀ, ਮਕਾਨ ਵੇਖਿਆ, ਤੇ ਉਹ ਸਾਰਾ ਕੁਛ ਹੀ ਲੁੱਟ ਖਸੁੱਟ ਕਰ ਚੁੱਕੇ ਸੀ। ਦਰਵਾਜ਼ੇ ਟੁੱਟੇ ਪਏ, ਮੰਜਰ ਬਣਿਆ ਹੋਇਆ, ਖੰਡਰ ਜਾ, ਤੇ ਮਨ ਸਾਡਾ ਉੱਥੇ ਰੁਕਣ ਦਾ। ਫਿਰ ਅਸੀਂ ਉਸ ਰਾਤ ਨੂੰ ਹੀ ਜੋ ਤਨ 'ਤੇ ਕੱਪੜੇ ਪਏ ਸੀ, ਕਿਉਂਕਿ ਹੈ ਹੀ ਕੁਛ ਨਹੀਂ ਸੀ, ਜੋ ਤਿਲ ਫੁੱਲ ਪਿਤਾ ਜੀ ਦੀ ਜੇਬ ਦੇ ਵਿੱਚ ਹੋਊਗਾ, ਮੈਨੂੰ ਨਹੀਂ ਯਾਦ ਹੈ, ਅਸੀਂ ਤਾਂ ਬੱਚੇ ਸੀ, ਸਾਡੇ ਕੋਲ ਤਾਂ ਕੁਛ ਨਹੀਂ ਹੋਣਾ ਸੀ। ਤੇ ਜੋ ਵੀ ਹੈਗਾ ਸੀ ਉਸ ਵੇਲੇ ਤਿਲ ਫੁੱਲ, ਉਹ ਲੈ ਕੇ ਬਿਨਾਂ ਟਿਕਟ ਅਸੀਂ ਕਾਨਪੁਰ ਤੋਂ ਸਿੱਧਾ ਲੁਧਿਆਣੇ ਦੀ ਟ੍ਰੇਨ ਫੜੀ। ਕਿਉਂਕਿ ਪੰਜਾਬ ਦੇ ਵਿੱਚ ਸਾਨੂੰ ਐ ਸੀ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਘੱਟ ਹੀ ਆਏ ਹਾਂ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤਾਂ ਜ਼ਰੂਰ ਗਏ ਹਾਂ, ਬਾਕੀ ਪੰਜਾਬ ਦੇ ਵਿੱਚ ਅਸੀਂ ਕਿਤੇ ਵੀ। ਤੇ ਸਾਨੂੰ ਲੁਧਿਆਣੇ ਦਾ ਸੁਣਿਆ ਸੀ ਕਿ ਲੁਧਿਆਣਾ ਇੱਕ ਵੱਡਾ ਸ਼ਹਿਰ ਹੈ, ਤੇ ਅਸੀਂ ਉੱਥੋਂ ਫਿਰ ਸਿੱਧਾ ਲੁਧਿਆਣੇ ਦੀ ਟ੍ਰੇਨ ਫੜੀ। ਤੇ ਲੁਧਿਆਣੇ ਆ ਕੇ ਸਾਨੂੰ ਪਤਾ ਲੱਗਿਆ ਕਿ ਇੱਥੇ ਮਾਡਲ ਟਾਊਨ ਗੁਰਦੁਆਰੇ ਦੇ ਵਿੱਚ ਕੈਂਪ ਲੱਗਿਆ ਹੋਇਆ ਹੈ, ਤੇ ਅਸੀਂ ਫਿਰ ਸਿੱਧਾ ਹੀ ਮਾਡਲ ਟਾਊਨ ਗੁਰਦੁਆਰੇ ਚਲੇ ਗਏ। ਉੱਥੇ ਫਿਰ ਅਸੀਂ 5-4 ਦਿਨ ਰਹੇ, ਤੇ ਉਹਨਾਂ ਵਿਚਾਰਿਆਂ ਦੇ ਪ੍ਰਬੰਧਕਾਂ ਨੇ ਬੜੀ ਹੈਲਪ ਕੀਤੀ। ਬਹੁਤ ਲੋਕ ਜਿਹੜੇ ਉੱਥੇ ਪਰਿਵਾਰ ਆਏ ਸੀ, ਉਹਨਾਂ ਨੂੰ ਕਿਰਾਏ 'ਤੇ ਮਕਾਨ ਵੀ ਲੈ ਕੇ ਦਿੱਤੇ। ਕਈਆਂ ਦੀ ਨੌਕਰੀਆਂ ਵਾਸਤੇ ਵੀ, ਪ੍ਰਾਈਵੇਟ ਨੌਕਰੀਆਂ, ਕਿ ਵੀਰ ਤੇਰੀ ਦੁਕਾਨ ਹੈ, ਤੇਰੀ ਫੈਕਟਰੀ ਹੈ, ਬੱਚੇ ਨੂੰ, ਇਸ ਵੀਰ ਨੂੰ ਉੱਥੇ ਐਡਜਸਟ ਕਰ। ਪ੍ਰਬੰਧਕਾਂ ਨੇ ਬਹੁਤ ਮਦਦ ਕੀਤੀ ਉਦੋਂ, ਜਿੰਨੀ ਕੁ ਜੋਗੇ ਉਹ ਹੈਗੇ ਸੀ। ਤੇ ਕੁਛ ਸਾਡੇ ਇੱਥੇ ਸਰਹੰਦ ਦੇ ਵਿੱਚ
ਮੇਰੇ ਮਾਸੀ ਜੀ ਦੇ ਕੁਝ ਭਰਾ ਇੱਥੇ ਰਹਿੰਦੇ ਨੇ, ਮਾਸੜ ਜੀ ਦੇ, ਤੇ ਉਹਨਾਂ ਨੇ ਫਿਰ ਉਹਨਾਂ ਨੂੰ ਪਤਾ ਲੱਗਿਆ ਤੇ ਉਹ ਸਾਡੇ ਕੋਲ ਉੱਥੇ ਆਇਆ ਮਾਡਲ ਟਾਊਨ ਗੁਰਦੁਆਰਾ ਸਾਹਿਬ। ਉਹ ਕਹਿੰਦੇ ਜੀ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਹੈ ਤੇ ਤੁਸੀਂ ਉੱਥੇ ਆਓ, ਅਸੀਂ ਬੱਚਿਆਂ ਨੂੰ ਵੀ ਸੈੱਟ ਕਰਾਂਗੇ ਤੇ ਸਾਡੇ ਕੋਲ ਰਹੋ, ਅਸੀਂ ਤੁਹਾਡੇ ਰਿਸ਼ਤੇਦਾਰ ਆ। ਉਹ ਫਿਰ ਸਾਨੂੰ ਸਰਹੰਦ ਲੈ ਆਏ ਤੇ ਸਾਨੂੰ ਇੱਥੇ ਜੱਟਪੁਰੇ ਮਹੱਲੇ ਦੇ ਵਿੱਚ ਕਿਰਾਏ ਤੇ ਕਮਰਾ ਲੈ ਦਿੱਤਾ। 40 ਰੁਪਏ ਮਹੀਨਾ ਕਿਰਾਇਆ ਸੀ ਉਸ ਸਮੇਂ, ਤੇ ਅਸੀਂ ਉੱਥੇ ਕਿਰਾਏ ਤੇ ਰਹਿਣ ਲੱਗ ਪਏ। ਤੇ ਮੇਰੀ ਮਾਤਾ ਜੀ ਨੇ ਕਿਹਾ ਕਿ ਮੇਰੇ ਬੇਟੇ ਨੂੰ ਕਿਤੇ ਕੰਮ ਲਾ ਦਿਓ, ਤੇ ਜਿਹੜੇ ਮਾਸੜ ਜੀ ਦੇ ਭਰਾ ਸੀ ਫਿਰ ਸਾਨੂੰ ਉਹਨਾਂ ਨੇ ਆਪਣੀ ਰੇਹੜੀ ਤੇ, ਜਿਹੜੀ ਉਹ ਸਰਹੰਦ ਮੰਡੀ ਦੇ ਵਿੱਚ ਕੇਲਿਆਂ ਦੀ ਰੇਹੜੀ ਲਾਉਂਦੇ ਸੀ, ਉਹ ਕਹਿੰਦੇ ਜੀ 15 ਰੁਪਏ ਰੋਜ਼ ਮੈਂ ਸਾਰੇ ਮੁਲਾਜ਼ਮਾਂ ਨੂੰ ਦਿੰਦਾ ਤੇ ਮੈਂ ਤੁਹਾਡੇ ਬੇਟੇ ਨੂੰ ਵੀ 15 ਰੁਪਏ ਹੀ ਦੇਵਾਂਗਾ ਤੇ ਤੁਸੀਂ ਇਹਨਾਂ ਨੂੰ ਸਵੇਰੇ ਭੇਜ ਦਿਆ ਕਰੋ। ਤੇ ਜਦੋਂ ਰੇਹੜੀ ਦਾ ਸੁਣਿਆ ਮਨ ਕੰਬ ਗਿਆ, ਕਿਉਂਕਿ ਸਾਡੇ ਖਾਨਦਾਨ ਦੇ ਵਿੱਚ ਕਿਸੇ ਨੇ ਸੁਣਿਆ ਹੀ ਨਹੀਂ ਕਿ ਰੇਹੜੀ ਵੀ ਕੋਈ ਲਾਉਂਦਾ ਹੈ। ਮਤਲਬ ਇੰਨੀ ਸਰਦਾਰੀ। ਉੱਥੇ ਸਾਡਾ ਫੀਡ ਦਾ ਹੋਲਸੇਲ ਦਾ ਕੰਮ ਸੀ ਕਿਦਵਈ ਨਗਰ ਦੇ ਵਿੱਚ, ਤੇ ਕਦੇ ਵੀ ਮਤਲਬ ਪਿਤਾ ਜੀ ਨੇ, ਦਾਸ ਨੇ ਆਪ ਪਾਣੀ ਵੀ ਚੱਕ ਕਰਕੇ ਨਹੀਂ ਪੀਤਾ। ਇੰਨੇ ਨੌਕਰ ਦੁਕਾਨ ਦੇ ਵਿੱਚ, ਬੜੀ ਸਤਿਗੁਰੂ ਜੀ ਦੀ ਰਹਿਮਤ ਸੀ, ਕਿਰਪਾ ਸੀ, ਬਹੁਤ ਅੱਛਾ ਜੀਵਨ ਜੀ ਰਹੇ ਸੀ। ਤੇ ਇੱਥੇ ਆ ਕੇ ਜਦੋਂ ਰੇਹੜੀ ਦਾ ਸੁਣਿਆ ਕਿ ਰੇਹੜੀ, ਮੈਂ ਸਰਦਾਰ, ਮਤਲਬ ਰੇਹੜੀ ਲਾਵਾਂਗੇ ਅਸੀਂ, ਤੇ ਚਲੋ ਖੈਰ। ਤੇ ਜਿਵੇਂ ਵੀ ਸੀ ਰਾਤ ਅਸੀਂ ਪਹੁੰਚੇ ਤੇ ਸਵੇਰੇ ਹੀ ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਸਵੇਰੇ ਬੇਟੇ ਨੂੰ 4:30 5 ਵਜੇ ਭੇਜਣਾ ਪੈਣਾ, ਕਿਉਂਕਿ ਉਹ ਪਹਿਲਾਂ ਕੇਲੇ ਹੋਲਸੇਲ ਵੇਚਦੇ ਸੀ ਮੰਡੀ ਦੇ ਬਾਹਰ, ਫਿਰ ਉਸ ਤੋਂ ਬਾਅਦ ਅੱਡੇ ਤੇ ਆ ਕਰਕੇ ਉਹਨਾਂ ਨੇ। ਤੇ ਬਦਕਿਸਮਤੀ ਹੈ ਕਿ ਮੇਰੀ ਮਾਡਲ ਟਾਊਨ ਦੇ ਵਿੱਚ ਹੀ ਚੱਪਲ ਚੱਕੀ ਗਈ ਤੇ ਉੱਥੋਂ ਹੀ ਅਸੀਂ ਨੰਗੇ ਪੈਰ ਆਏ। ਦਸੰਬਰ ਦਾ ਮਹੀਨਾ, ਨਵੰਬਰ ਦੀ ਲਾਸਟ ਅਸੀਂ ਪਹੁੰਚੇ ਸੀ। ਤੇ ਜਦੋਂ ਮੈਂ ਸਵੇਰੇ ਕੰਮ ਲੱਗਿਆ ਤੇ ਪੈਰਾਂ ਵਿੱਚ ਚੱਪਲ ਨਹੀਂ, ਤੇ ਮੈਨੂੰ ਯਾਦ ਹੈ ਹੁਣ ਵੀ ਕਿ ਮੈਂ ਪੈਰ ਦੇ ਵਿੱਚ ਲਿਫਾਫੇ ਚੜਾ ਕੇ, ਜਦੋਂ ਕਿ ਸਾਡੇ ਕਾਨਪੁਰ ਤੋਂ ਇੱਥੇ ਠੰਡ ਕਈ ਗੁਣਾ ਵੱਧ ਸੀ, ਜਿਹੜੀ ਕਿ ਸਹਾਰਨੀ ਵੀ ਬੜੀ ਔਖੀ ਸੀ, ਜੋ ਵੀ ਤਨ ਤੇ ਕੱਪੜੇ ਸੀ ਉਹ ਪਾ ਕੇ ਤੇ ਪੈਰਾਂ ਵਿੱਚ ਲਿਫਾਫੇ ਚੜਾ ਕੇ, ਰਬੜ ਚੜਾ ਕੇ, ਤੇ 50 ਪੈਸੇ ਟੈਂਪੂ ਦਾ ਕਿਰਾਇਆ ਸੀ। ਮੇਰੀ ਜੇਬ ਵਿੱਚ ਉਸ ਵੇਲੇ 50 ਪੈਸੇ ਵੀ ਨਹੀਂ ਸੀ, ਤੇ ਮੈਂ ਸਰਹੰਦ ਸ਼ਹਿਰ ਤੋਂ ਸਰਹੰਦ ਮੰਡੀ ਤੱਕ ਸਵੇਰੇ 4:30 ਵਜੇ ਪੈਦਲ ਆਇਆ। ਪੈਦਲ ਆ ਕਰਕੇ ਉਹ ਮਾਸੜ ਜੀ ਕੋਲੋਂ ਕੰਮ ਤੇ ਲੱਗਿਆ ਤੇ ਸ਼ਾਮ ਨੂੰ ਮੈਨੂੰ ਉਹਦੀ ਦਿਹਾੜੀ ਮਿਲੀ 15 ਰੁਪਏ। ਉਹਦੀ ਮੈਂ 6 ਰੁਪਏ ਦੀ ਚੱਪਲ ਲਈ ਤੇ ਫਿਰ ਮੈਂ ਪੈਰੀ ਚੱਪਲ ਪਾ ਕੇ ਬਾਕੀ ਪਰਿਵਾਰ ਵਾਸਤੇ ਲੈ ਕੇ ਗਿਆ। ਮੇਰੇ ਇੱਕ 3 ਸਾਲ ਦੀ ਸਿਸਟਰ ਸੀ, ਜਿਹੜੀ ਕਿ ਇੱਥੇ ਆ ਕੇ ਕੁਛ ਢਿੱਲੀ ਹੋ ਗਈ ਸਿਹਤ ਪੱਖੋਂ, ਤੇ ਅਸੀਂ ਉਹਦਾ ਇਲਾਜ ਨਹੀਂ ਕਰਾ ਸਕੇ ਪੈਸਿਆਂ ਦੀ ਕਮੀ ਕਾਰਨ, ਤੇ ਉਹ ਵਿਚਾਰੀ ਬਗੈਰ ਇਲਾਜ ਦੇ, ਜਿੰਨੀ ਕੁ ਉਹਦੇ ਸਵਾਸ ਸੀ, ਉਹ ਸਰੀਰ ਛੱਡ ਗਈ ਸਿਰਫ ਇਲਾਜ ਨਾ ਕਰਾਉਣ ਕਰਕੇ। ਚਲੋ ਜਿੰਨੀ ਸਵਾਸ ਸੀ, ਪਰ ਜੇਕਰ ਮਨ 'ਚ ਹੁੰਦਾ, ਜੇਕਰ ਪੈਸਾ ਹੁੰਦਾ, ਇਲਾਜ ਅੱਛਾ ਕਰਾ ਦਿੰਦੇ ਤਾਂ ਹੋ ਸਕਦਾ ਹੈ ਕਿ ਉਹ ਬਚ ਜਾਂਦੀ। ਪਰ ਚਲੋ ਜਿਉਂ ਜਿਹਾ ਸਮਾਂ ਸੀ, ਸਤਿਗੁਰੂ ਜੀ ਦਾ ਹੁਕਮ ਸੀ। ਜਿਵੇਂ ਉਸ ਤੋਂ ਬਾਅਦ ਚਲੋ ਇੰਨਾ ਕੁਝ ਹੋ ਜਾਂਦਾ ਸਿੱਖਾਂ ਦੇ ਨਾਲ, ਸਰਕਾਰਾਂ ਵੀ ਦਾਅਵੇ ਕਰਦੀਆਂ ਨੇ ਵੀ ਅਸੀਂ 84 ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਮੁੜ ਵਸੇਬੇ ਕਰਵਾਏ ਨੇ। ਤਾਂ ਆਏ ਸਾਲ ਹੀ ਦਿਖਾਇਆ ਜਾਂਦਾ ਟੀਵੀਆਂ ਦੇ ਵਿੱਚ, ਜਦੋਂ ਉਹ ਦਿਨ ਚੱਲਦੇ ਨੇ, ਤਾਂ ਸਰਕਾਰ ਨੇ ਕੋਈ ਬਾਂਹ ਫੜੀ, ਜਾਂ ਸਾਡੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੇ ਕੋਈ ਬਾਂਹ ਫੜੀ, ਸਾਰ ਲਈ ਕਿਸੇ ਨੇ? ਨਹੀਂ ਵੀਰ ਜੀ, ਇਹ ਤਾਂ ਮੈਂ 11 ਮਹੀਨੇ ਸਾਰੀਆਂ ਸਰਕਾਰਾਂ ਗੂੰਗੀਆਂ ਬੋਲੀਆਂ ਹੁੰਦੀਆਂ ਨੇ। ਜਦੋਂ ਅਕਤੂਬਰ ਦਾ ਮਹੀਨਾ ਆਉਂਦਾ ਹੈ, ਭਾਵੇਂ ਉਹ ਅਕਾਲੀ ਸਰਕਾਰ ਹੈ, ਭਾਵੇਂ ਜਿਹੜੀਆਂ ਵੀ ਸਰਕਾਰਾਂ ਰਹੀਆਂ, ਸਿਰਫ 31 ਅਕਤੂਬਰ ਦੇ ਨੇੜੇ ਆਉਂਦੇ ਸਾਰੇ ਜਾਗਰਤ ਹੋ ਜਾਂਦੇ ਨੇ। ਉਹਨਾਂ ਦੀ ਜੋ ਵੀ ਸਾਡੇ ਪਿੰਡੇ ਹੋਇਆ ਉਹਦਾ ਬੈਨੀਫਿਟ ਲੈਣ ਵਾਸਤੇ, ਮੈਨੂੰ, ਭਾਵੇਂ ਮੈਂ ਆਪ ਕੱਟੜ ਅਕਾਲੀ ਹਮਾਇਤੀ ਸੀ, ਸਾਰੇ ਆਪਾਂ ਅਕਾਲੀ ਹਾਂ, ਚਲੋ ਕਹਿਣ 'ਚ ਕੋਈ ਹਰਜ ਨਹੀਂ, ਪਰ 25 ਸਾਲ ਅਕਾਲੀ ਦਲ ਦਾ ਰਾਜ ਰਿਹਾ। 28-30 ਹਜ਼ਾਰ ਪਰਿਵਾਰ ਹੀ ਸਿਰਫ ਪੰਜਾਬ ਵਿੱਚ ਆਇਆ ਸੀ। ਬੜਾ ਦੁੱਖ ਲੱਗਦਾ ਹੈਗਾ ਕਿ 25 ਸਾਲ ਰਾਜ ਦੇ ਵਿੱਚ 28-30 ਹਜ਼ਾਰ ਪਰਿਵਾਰਾਂ ਨੂੰ ਅਸੀਂ ਵਸਾ ਨਹੀਂ ਸਕੇ। ਸਰਕਾਰਾਂ ਆਪਣੇ ਮੈਨੀਫੈਸਟੋ ਵਿੱਚ ਪਾਉਂਦੀਆਂ ਨੇ ਕਿ ਅਸੀਂ ਆਉਂਦੇ ਸਾਲ, ਪਹਿਲੇ ਸਾਲ 1 ਲੱਖ ਨੌਕਰੀ ਦੇਵਾਂਗੇ, ਤੇ 25 ਸਾਲ ਸਾਡੀ ਅਕਾਲੀ ਸਰਕਾਰ ਨੇ ਰਾਜ ਕੀਤਾ, ਅਸੀਂ ਮਤਲਬ ਸਿਰਫ 28-30 ਹਜ਼ਾਰ ਪਰਿਵਾਰ ਦੀ ਵਸਾ ਸਕੇ। ਸਾਡੇ ਰੈੱਡ ਕਾਰਡ ਜ਼ਰੂਰ ਬਣੇ ਹੋਏ ਨੇ, ਅੱਜ ਵੀ ਸਾਡੇ ਕੋਲ ਪਏ ਨੇ। ਉਸ ਰੈੱਡ ਕਾਰਡ ਦੇ ਵਿੱਚ ਸਾਨੂੰ ਕਿਸੇ ਕਿਸਮ ਦਾ ਸਰਕਾਰਾਂ ਵੱਲੋਂ
38 ਸਾਲ ਦੇ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਕਿਸਮ ਦਾ ਕੋਈ ਵੀ ਬੈਨੀਫਿਟ ਨਹੀਂ ਦਿੱਤਾ ਗਿਆ। ਅਸੀਂ ਜਾ ਕੇ ਇੰਨਾ ਵੀ ਤਰਲਾ ਕੀਤਾ ਕਿ ਕਚਹਿਰੀਆਂ ਦੇ ਵਿੱਚ ਸਾਨੂੰ ਸਟਾਂਪ ਫਰੋਸ਼ ਦੇ ਹੀ ਲਾਇਸੈਂਸ ਦੇ ਦਿਓ, ਅਸੀਂ ਆਪਣੀ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਪਾਲਾਂਗੇ। ਫਾਰ ਐਗਜ਼ਾਮਪਲ ਮੈਂ ਇੱਕ ਚਾਹ ਦੀ ਰੇਹੜੀ ਲਾ ਰਿਹਾ, ਭਾਵੇਂ ਕਈ ਧਾਰਮਿਕ ਸੰਸਥਾਵਾਂ 'ਚ ਵੀ ਸਤਿਗੁਰੂ ਜੀ ਨੇ ਸੇਵਾ ਦਿੱਤੀ ਹੋਈ ਹੈ, ਸਾਹਿਬਜ਼ਾਦਿਆਂ ਦਾ ਕੋਟ ਕੋਟ ਧੰਨਵਾਦ। ਅੱਜ ਵੀ ਮੈਂ ਚਾਹ ਦੀ ਰੇਹੜੀ ਲਾ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ। ਆਪ ਲੋਕਾਂ ਦੇ ਜੂਠੇ ਭਾਂਡੇ ਲਿਆਉਣੇ ਤੇ ਧੋਣੇ। ਬਜ਼ੁਰਗ ਪਿਤਾ ਜੀ ਹਾਰਟ ਦੇ ਪੇਸ਼ੈਂਟ ਨੇ, ਇਹਨਾਂ ਦੀ ਸਟੰਟ ਵੀ ਪੈ ਚੁੱਕੇ ਨੇ। ਮਾਤਾ ਜੀ ਵੀ ਸਰੀਰ ਪੱਖੋਂ ਉਮਰ ਦੇ ਹਿਸਾਬ ਨਾਲ ਢਿੱਲੇ ਮੱਠੇ। ਕਿਸੇ ਵੀ ਸਰਕਾਰ ਨੇ, ਕਿਸੇ ਵੀ ਧਾਰਮਿਕ ਜਥੇਬੰਦੀ ਨੇ ਬਾਂਹ ਨਹੀਂ ਫੜੀ। ਖਾਸ ਕਰ ਫਤਿਹਗੜ੍ਹ ਸਾਹਿਬ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸਮਥਿੰਗ ਕੋਈ 3.25 ਪਰਿਵਾਰ ਹੈਗਾ। ਸਰਕਾਰਾਂ ਨੇ ਕਿਸੇ ਵੀ, ਭਾਵੇਂ ਉਹ ਕਾਂਗਰਸ ਦੀ ਰਹੀ ਹੈ, ਭਾਵੇਂ ਅਕਾਲੀ ਦਲ ਦੀ ਰਹੀ ਹੈ, ਇਹਨਾਂ ਨੇ ਬਾਂਹ ਨਹੀਂ ਫੜੀ। ਇਹ ਚੀਜ਼ ਦੀ ਸਾਨੂੰ ਨਮੋਸੀ ਹੈ ਕਿ ਆਪਣੇ ਹੀ ਹਿੰਦੁਸਤਾਨ ਦੇ ਵਿੱਚ ਵਿਪਤਾ ਪੀੜਾ ਆਈ ਹੋਈ, ਸਰਕਾਰਾਂ ਦਾ ਫਰਜ਼ ਬਣਦਾ ਹੈਗਾ। ਅਸੀਂ ਕੁਝ ਨਹੀਂ ਚਾਹੁੰਦੇ। ਚਾਹ ਦੀ ਰੇਹੜੀ ਦੇ ਵਿੱਚ ਮੇਰੇ 2 ਬੇਟੇ, 1 ਬੇਟੀ ਹੈ। ਮੈਂ ਆਪਣੇ ਬੱਚੇ ਲੋਕਾਂ ਦੇ ਭਾਂਡੇ ਧੋ ਧੋ ਕੇ ਪੜ੍ਹਾਏ। ਬੇਟੀ ਨੂੰ ਮੈਂ MA ਇੰਗਲਿਸ਼ ਕਰਾਈ, ਬੇਟੇ ਨੂੰ ਵੱਡਾ ਬੇਟਾ BA ਕਰ ਚੁੱਕਿਆ ਹੈ, ਛੋਟਾ BCom ਕਰ ਰਿਹਾ ਹੈ। ਬੱਚਿਆਂ ਨੂੰ ਲੱਖਾਂ ਰੁਪਏ ਕਰਜ਼ੇ ਲੈ ਕੇ ਕਿਵੇਂ ਕਰਕੇ ਬੱਚਿਆਂ ਨੂੰ ਪੜ੍ਹਾਇਆ। ਮਿਹਨਤ ਮੁਸ਼ੱਕਤ ਮੇਰੇ ਮਾਤਾ ਪਿਤਾ ਨੇ, ਮੇਰੀ ਮਾਂ ਨੇ ਸਕੂਲ ਦੇ ਵਿੱਚ ਕੰਟੀਨ ਕਰਕੇ, ਮੇਰੇ ਪਿਤਾ ਜੀ ਨੇ ਪੂਰੀ ਮਿਹਨਤ ਕਰਕੇ, ਸਾਰੇ ਅਸੀਂ ਜੀ ਜਾਨ ਪਰਿਵਾਰਾਂ ਨੇ ਕਰਕੇ ਆਪਣੇ ਬੱਚੇ ਪੜ੍ਹਾਏ। ਪੜ੍ਹਾਉਣ ਦੇ ਬਾਵਜੂਦ ਵੀ ਬੱਚਿਆਂ ਵਾਸਤੇ ਨੌਕਰੀ ਨਹੀਂ। ਜੋ ਤਰਾਸਦੀ ਹੰਡਾਈ ਨਾ ਬਖਸ਼ਣਯੋਗ ਹੈ, ਨਾ ਭੁੱਲਣਯੋਗ ਹੈ। ਬਹੁਤ ਜੀ ਸਾਡੇ ਹਿੰਦੁਸਤਾਨ ਦੇ ਵਿੱਚ ਸਾਡੇ ਨਾਲ ਜੋ ਕੁਝ ਹੋਇਆ, ਤੇ ਅੱਜ ਤੱਕ ਸਾਨੂੰ ਸਰਕਾਰਾਂ ਨੇ, ਮੈਂ ਇੰਨਾ ਜ਼ਰੂਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਬੇਨਤੀ ਕਰਾਂਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ, ਆਪਣੇ ਆਪ ਨੂੰ ਇਮਾਨਦਾਰ ਸਰਕਾਰ ਕਹਿੰਦੀ, ਅੱਛੀ ਸਰਕਾਰ ਹੈ। ਚਲੋ ਸੈਂਟਰ ਦੇ ਵਿੱਚ BJP ਦੀ ਮੋਦੀ ਸਰਕਾਰ ਹੈ। ਤੁਸੀਂ ਹੁਣ ਵੀ ਜਿਹੜੇ ਵੀ 84 ਦੇ ਵਿੱਚ ਆਏ ਸੀ, ਅੱਜ 31 ਅਕਤੂਬਰ ਹੈ, ਪੂਰੇ 38 ਸਾਲ ਹੋ ਗਏ ਨੇ ਪੀੜਾ ਨੂੰ, ਦਰਦ ਨੂੰ। ਅੱਜ ਵੀ ਸਾਡੇ ਜ਼ਖਮ ਉਸ ਤਰ੍ਹਾਂ ਹੀ ਨੇ, ਇਹਨਾਂ ਨੂੰ ਮੱਲਮ ਜ਼ਰੂਰ ਲਾਓ। ਅੱਜ ਉਹਨਾਂ ਬਜ਼ੁਰਗਾਂ ਨੇ ਕਿਵੇਂ ਰਿਕਸ਼ੇ ਲਾ ਕੇ, ਮਜ਼ਦੂਰੀਆਂ ਕਰਕੇ ਆਪਣੇ ਬੱਚੇ ਪੜ੍ਹਾਏ ਲਿਖਾਏ, ਡਿਗਰੀਆਂ ਕਰਾਈਆਂ। ਅੱਜ ਉਹ ਬੱਚੇ ਰੁੱਲ ਰਹੇ ਨੇ। ਅੱਜ ਮੇਰਾ ਬੇਟਾ ਮੇਰੇ ਨਾਲ ਆ ਕੇ ਚਾਹ ਦੀ ਦੁਕਾਨ 'ਤੇ ਭਾਂਡੇ ਧੋਂਦਾ ਹੈਗਾ, ਬੜਾ ਦੁੱਖ ਲੱਗਦਾ ਹੈ। ਠੀਕ ਹੈ, ਕਿਰਤ ਮੈਂ ਬਾਰ-ਬਾਰ ਕਹਿ ਰਿਹਾ, ਕਿਰਤ ਛੋਟੀ ਵੱਡੀ ਨਹੀਂ ਹੁੰਦੀ, ਪਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਹਰ ਪੀੜਤ ਪਰਿਵਾਰ ਜਿਹੜਾ ਕਿ ਜੈਨੂਅਨ ਹੈ, ਜਿਹਦੇ ਰੈੱਡ ਕਾਰਡ ਬਣੇ ਹੋਏ ਨੇ, ਜਿਹੜੇ ਫਰਾਡੀ ਨੇ, ਜਿਨ੍ਹਾਂ ਨੇ ਕੋਈ ਜਾਇਜ਼ ਨਾਜਾਇਜ਼, ਬੇਸ਼ੱਕ ਉਹਨਾਂ ਦੀ ਇਨਕੁਆਇਰੀ ਕਰਾਓ, ਕੋਈ ਉਹ ਨਹੀਂ ਹੈ। ਜਿਹੜੇ ਜੈਨੂਅਨ ਨੇ ਉਹ ਪਰਿਵਾਰ ਦੇਖ ਕੇ, ਸਰਕਾਰ ਕੋਲ ਸਾਰੇ ਰਿਕਾਰਡ ਨੇ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਉਹਨਾਂ ਦੇ ਮੁੜ ਵਸੇਵੇ ਦਾ ਪ੍ਰਬੰਧ। ਬੇਸ਼ੱਕ ਉਹਨਾਂ ਨੂੰ 84 ਵਾਲੇ ਰੇਟ 'ਤੇ ਤੁਸੀਂ ਦੇ ਕਰਕੇ, ਬੇਸ਼ੱਕ ਕਿਸ਼ਤਾਂ ਰਾਹੀਂ ਪੈਸੇ ਲੈ ਲਓ, ਜਿਵੇਂ ਸਾਡੇ ਵਰਗਾ ਅੱਜ ਵੀ ਕਿਰਾਇਆਂ ਦੇ ਮਕਾਨ 'ਤੇ ਰੁਲ ਰਿਹਾ ਹੈਗਾ। ਤੇ ਕੁਝ ਕੁੱਲੀ ਜੀ ਪਾਈ ਸੀ, ਜਿਹੜੀ ਕੋਵਿਡ ਆਈ, ਕੋਵਿਡ ਦੇ ਵਿੱਚ ਬੈਂਕ ਤੋਂ ਲੋਨ ਲੈ ਕੇ ਕੁੱਲੀ ਪਾਈ। ਰੇਹੜੀ ਮੇਰੀ ਬੰਦ ਰਹੀ ਕਾਫੀ ਟਾਈਮ, ਘਰ ਦੇ ਰੋਟੀ ਦੇ ਲਾਰੇ ਪੈ ਗਏ। ਫਿਰ ਉਹ ਕੁੱਲੀ ਵੇਚਣੀ ਪੈ ਗਈ, ਕਿਉਂਕਿ ਜਿਹੜੀ ਬੈਂਕ ਦੀ ਕਿਸ਼ਤ ਸੀ ਉਹ ਭਰਨੀ ਬੜੀ ਔਖੀ ਸੀ, ਫਾਈਨੈਂਸਰਾਂ ਦੇ ਪੈਸੇ ਸੀ ਤੇ ਬਜ਼ੁਰਗਾਂ ਦੇ ਇਲਾਜ ਸੀ। ਉਹ ਸਾਰੀਆਂ ਚੀਜ਼ਾਂ ਤੋਂ ਨਹੀਂ ਕੱਲੀ ਜਾਨ ਸਹਾਰ ਸਕੀ, ਤੇ ਕੁੱਲੀ ਦੁਬਾਰਾ ਵੇਚਣੀ ਪੈ ਗਈ। ਅੱਜ ਫਿਰ ਜਿੱਥੇ ਆਪਾਂ ਬੈਠੇ ਹਾਂ, ਕਿਰਾਏ ਦਾ ਮਕਾਨ ਹੈ। ਇਸ ਮਕਾਨ ਦੇ ਵਿੱਚ ਪਤਨੀ ਹੈ ਮੇਰੀ, 3 ਬੱਚੇ ਨੇ, ਬਜ਼ੁਰਗ ਮਾਤਾ ਪਿਤਾ ਨੇ। ਚਲੋ ਜਿਵੇਂ ਸਤਿਗੁਰੂ ਜੀ ਦੀ ਰਜ਼ਾ। ਪਰ ਮੇਰੀ ਸਰਕਾਰਾਂ ਨੂੰ ਬੇਨਤੀ ਹੈ ਕਿ ਇੱਕ ਮੁੜ ਵਸੇਵੇ ਦਾ, ਤੇ ਇੱਕ ਉਹਨਾਂ ਨੂੰ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦਾ ਜ਼ਰੂਰ ਐਲਾਨ ਕੀਤਾ ਜਾਵੇ ਕਿ 38 ਸਾਲ ਅਸੀਂ ਦੰਗਾ ਪੀੜਤ ਹੀ ਰਵਾਂਗੇ, ਅਸੀਂ ਰਿਸਦੇ ਹੀ ਰਵਾਂਗੇ। ਅਕਾਲੀ ਸਰਕਾਰ ਨੇ ਵੀ ਸਾਡੇ ਨਾਂ 'ਤੇ ਜਦੋਂ ਇਹਨਾਂ ਦੇ ਵੋਟਾਂ ਲੈਣੀਆਂ ਹੁੰਦੀਆਂ ਸੀ ਤਾਂ ਲੁਧਿਆਣੇ ਦੇ ਵਿੱਚ, ਠੀਕ ਹੈ, ਲੁਧਿਆਣੇ ਦੇ ਵਿੱਚ ਉਹਨਾਂ ਨੇ ਕਾਫੀ ਪਰਿਵਾਰਾਂ ਨੂੰ ਮੁੜ ਵਸੇਵਾ ਕੀਤਾ ਹੈਗਾ, ਮੋਹਾਲੀ ਦੇ ਵਿੱਚ ਕਾਫੀ ਪਰਿਵਾਰਾਂ ਨੂੰ। ਸਾਨੂੰ ਅਕਾਲੀ ਸਰਕਾਰ ਦੇ ਵਿੱਚ ਕਿਹਾ ਗਿਆ ਕਿ ਤੁਸੀਂ ਪੂਡਾ ਦਫ਼ਤਰ ਦੇ ਵਿੱਚ ਦਰਖਾਸਤਾਂ ਦਿਓ। 2002 2003 ਦੀ ਗੱਲ ਹੈ।
ਤੇ ਤੁਹਾਨੂੰ ਤੁਹਾਡੇ ਇਲਾਕੇ ਦੇ ਵਿੱਚ ਹੀ ਪੂਡਾ ਰਾਈ ਤੁਹਾਨੂੰ ਫਲੈਟ ਬਣਾ ਕੇ ਦਿੱਤੇ ਜਾਣਗੇ ਕਿਸ਼ਤਾਂ 'ਚ। ਅਸੀਂ ਕਿਹਾ ਵੈਲ ਐਂਡ ਗੁੱਡ, ਕੋਈ ਗੱਲ ਨਹੀਂ ਜੀ, ਜਿੰਨਾ ਅਸੀਂ ਕਿਰਾਇਆ ਭਰਦੇ ਹਾਂ ਉਹਨਾਂ ਅਸੀਂ ਚਲੋ ਕਿਸ਼ਤ ਭਰ ਲਵਾਂਗੇ। ਤੇ 2002-03 ਦੀਆਂ ਦਰਖਾਸਤਾਂ ਅਸੀਂ ਆਪ, ਮੇਰੇ ਪਿਤਾ ਜੀ ਮੋਹਾਲੀ ਦਫ਼ਤਰ ਦੇ ਕੇ ਆਏ। ਅੱਜ 2022 ਹੈ, 20 ਸਾਲ ਹੋ ਗਏ, ਕੋਈ ਥਾਂ ਪਤਾ ਨਹੀਂ ਕਿਉਂ ਸਾਡੇ ਨਾਲ ਇਹੋ ਜਿਹਾ ਖਿਲਵਾੜ ਕੀਤਾ ਜਾ ਰਿਹਾ, ਕਿਉਂ ਸਾਨੂੰ ਮਤਲਬ ਜਲੀਲ ਕੀਤਾ ਜਾ ਰਿਹਾ, ਸਾਡੇ ਜ਼ਖਮਾਂ ਤੇ ਲੂਣ ਛਿੜਕਿਆ ਜਾ ਰਿਹਾ। ਫਿਰ ਸਾਨੂੰ ਕਿਹਾ ਗਿਆ ਕਿ ਮੋਹਾਲੀ ਦੇ ਵਿੱਚ ਫਲੈਟ ਕੱਢੇ ਜਾਣਗੇ, ਤੁਸੀਂ SBI ਦੇ ਵਿੱਚ, HDFC ਬੈਂਕਾਂ ਦੇ ਵਿੱਚ, SBI ਬੈਂਕਾਂ ਦੇ ਵਿੱਚ ਜਾ ਕਰਕੇ ਤੁਸੀਂ ਪੈਸੇ ਜਮ੍ਹਾਂ ਕਰੋ ਜਿੰਨੇ ਗੱਜ ਦਾ ਤੁਹਾਨੂੰ ਚਾਹੀਦਾ ਹੈ। ਜਿਹਦੇ ਵਿੱਚ ਪਿਤਾ ਜੀ ਨੇ ਆਪਣੀ ਕਿਰਤ ਦੇ ਵਿੱਚੋਂ, ਕਿਹੋ ਜਿਹੀ ਸਾਡੀ ਕਿਰਤ ਹੈ, 5500 ਰੁਪਈਆ ਅਸੀਂ ਬੈਂਕ 'ਚ ਜਮ੍ਹਾਂ ਕਰਾਇਆ। ਉੱਥੋਂ ਲਾਟਰੀ ਸਿਸਟਮ ਰਾਹੀਂ ਪਲਾਟ ਨਿਕਲੇ, ਉਹਦੇ ਵਿੱਚ ਸਾਡਾ ਨਾਮ ਨਹੀਂ ਆਇਆ, ਪਰ ਸਾਡਾ ਪੈਸਾ ਜ਼ਬਤ ਹੋ ਗਿਆ। ਬੜੇ ਦੁੱਖ ਦੀ ਗੱਲ ਹੈ ਜੀ ਕਿ ਜੇਕਰ ਸਾਡਾ ਨਾਮ ਨਹੀਂ ਆਇਆ, ਸਾਡਾ ਪੈਸਾ ਤਾਂ ਵਾਪਸ ਕਰੋ। ਇੱਕ ਤਾਂ ਅਸੀਂ ਕਿਵੇਂ ਕਿਰਤ ਕਰਕੇ ਪੈਸਾ ਇਕੱਠਾ ਕਰ ਰਹੇ ਹਾਂ ਪਰਿਵਾਰ ਦੇ ਗੁਜ਼ਰ ਬਸਰ ਵਾਸਤੇ, ਦੂਜੇ ਪਾਸੇ ਸਾਡੇ ਕੋਲ ਇਸ ਢੰਗ ਦੇ ਨਾਲ ਵੀ ਤੁਸੀਂ ਸਾਨੂੰ ਹੀ ਲੁੱਟ ਰਹੇ ਹੋ। ਅਸੀਂ ਤਾਂ ਪਹਿਲੇ ਹੀ ਲੁੱਟੇ ਖੁੱਟੇ ਆਏ ਹਾਂ, ਤੇ ਤੁਸੀਂ ਇਸ ਤਰੀਕੇ ਨਾਲ ਵੀ ਪੀੜਤ ਪਰਿਵਾਰਾਂ ਨੂੰ ਲੁੱਟਿਆ ਹੈਗਾ। ਬਹੁਤ ਨਾਮੋਸ਼ੀ ਵਾਲੀਆਂ ਗੱਲਾਂ ਨੇ। ਬਹੁਤ ਰੋਸਾ ਹੈ ਸਰਕਾਰਾਂ ਪ੍ਰਤੀ ਵੀ ਕਿ ਆਪਣੇ ਹੀ ਜੀਆਂ ਨੂੰ, ਆਪਣੇ ਹੀ ਹਿੰਦੁਸਤਾਨ ਵਾਸੀਆਂ ਨੂੰ ਅੱਜ 38 ਸਾਲ ਹੋ ਗਏ ਨੇ, ਕੋਈ ਬਾਤ ਨਹੀਂ ਪੁੱਛ ਰਿਹਾ ਕੋਈ ਵੀ ਉਹਦੀ। ਮਤਲਬ ਭਾਵੇਂ ਉਹ ਧਾਰਮਿਕ ਸੰਸਥਾਵਾਂ ਨੇ ਤੇ ਭਾਵੇਂ ਸਾਡੀਆਂ ਆਪਣੀਆਂ ਸਰਕਾਰਾਂ ਨੇ। ਤੇ ਹੁਣ ਸਰਕਾਰ ਤੋਂ ਜ਼ਰੂਰ ਬੇਨਤੀ ਕਰਾਂਗੇ ਕਿ ਜ਼ਰੂਰ ਬੱਚਿਆਂ ਨੂੰ ਨੌਕਰੀਆਂ ਤੇ ਮੁੜ ਵਸੇਵੇ ਦਾ ਜ਼ਰੂਰ ਇੰਤਜ਼ਾਮ ਕੀਤਾ ਜਾਵੇ, ਤਾਂ ਕਿ ਉਹ ਅਗਲਾ ਜਿਹੜਾ ਕੁਝ ਸਵਾਸ ਉਹਦੇ ਕੁਝ ਸਮੇਂ ਰਹਿ ਗਏ ਨੇ ਤੇ ਉਹ ਅੱਛਾ ਜੀਵਨ ਬਸਰ ਕਰ ਸਕਣ ਸਮਾਜ ਵਿੱਚ ਰਹਿ ਕੇ। ਤਾਂ ਇਹ ਸਾਨੂੰ ਬਜ਼ੁਰਗ ਜਿਨ੍ਹਾਂ ਨੇ ਨਵੰਬਰ 1984 ਆਪਣੇ ਪਿੰਡੇ ਤੇ ਹੰਢਾਇਆ, ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ, ਉਸ ਤੋਂ ਬਾਅਦ ਜੋ ਸਿੱਖਾਂ ਨਾਲ ਹੁੰਦਾ ਹੈ, ਇਹਨਾਂ ਨੇ ਪਿੰਡੇ ਤੇ ਹੰਢਾਇਆ ਤੇ ਦੱਸਿਆ। ਸਰਕਾਰਾਂ ਵੀ ਦਾਅਵੇ ਕਰਦੀਆਂ ਨੇ, ਸਾਡੀਆਂ ਕੌਮੀ ਜਥੇਬੰਦੀਆਂ, ਸਾਡੀਆਂ ਸਿੱਖ ਧਰਮ ਦੀਆਂ ਜਥੇਬੰਦੀਆਂ, ਸੰਸਥਾਵਾਂ ਵੀ ਦਾਅਵੇ ਕਰਦੀਆਂ ਨੇ ਅਸੀਂ ਆਪਣੇ ਸਿੱਖਾਂ ਦੀ ਸਾਰ ਲੈਂਦੇ ਹਾਂ, ਪਰ ਕਿੰਨੀ ਕੁ ਸਾਰ ਲਈ ਆ ਤੁਹਾਡੇ ਸਾਹਮਣੇ ਆ। 38 ਸਾਲ ਹੋ ਗਏ, 38 ਸਾਲ ਬਾਅਦ ਵੀ ਇਹ ਬਜ਼ੁਰਗ ਜਿਨ੍ਹਾਂ ਨੇ 1984 ਆਪਣੇ ਪਿੰਡੇ ਤੇ ਹੰਢਾਇਆ, ਉੱਥੋਂ ਉੱਜੜ ਕੇ ਆਏ, ਇੱਥੇ ਵੀ ਕਿਰਾਏ ਦੇ ਮਕਾਨਾਂ ਵਿੱਚ ਰਹਿ ਰਹੇ ਨੇ। ਤਾਂ ਲੋੜ ਹੈ ਸਾਨੂੰ ਥਾਂ ਲੰਗਰ ਜਿਹੜੇ ਲਾ ਰਹੇ ਨੇ ਉਹਨਾਂ ਨੂੰ ਵੀ ਲੋੜ ਹੈ, ਜਾਂ ਹੋਰਾਂ ਨੂੰ ਵੀ ਲੋੜ ਹੈ, ਸਾਡੀਆਂ ਸੰਸਥਾਵਾਂ ਨੂੰ ਵੀ ਲੋੜ ਹੈ, ਇਹਨਾਂ ਦਾ ਮੁੜ ਵਸੇਬਾ ਕਰਾਇਆ ਜਾਵੇ, ਇਹਨਾਂ ਨੂੰ ਸਮੇਂ ਦੇ ਹਾਣ ਦੇ ਬਣਾਇਆ ਜਾਵੇ। ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ।